ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਰਹਾ ਦਾਲ ਸੀਧਾ ਮਾਂਗੋ ਕੀਓ, हमरा खुशी करे नित जियो। पनिया छादन नीका, अनाज मंगो सत सीका। गौ भैंस मंगो लवेरी, एक ताजन तुरी चंगेरी। घर की गेहन चंगी, जन धन्ना लेवै मंगी। घर की गेहन चंगी, जन धन्ना लेवै मंगी। वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर आप जी ने अमृत बचन कीर्तन रूप विच सरवण कीते ने। जिवें कल आप जी नूं बेनती कीती सी कि पिछले साल भी इस अस्थान ते भगत धन्ना जी दे उचारण कीते हुए जो शब्द ने उन्हां दी विचार प्रारंभ कीती सी। भगत धन्ना जी दे गुरु ग्रंथ साहिब जी दे अंदर 3 शब्द ने। उन्हां विचों भरमत फिरत बहु जन्म बिलाने, उस दी विचार आपां कर चुके हां। उस तो इलावा धन गुरु अर्जुन देव जी का जो शब्द है, गोबिंद 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 संग नाम दियो मन लीना, उस दी विचार भी हो चुकी है। और राग आशा दे अंदर ही जो वचन है, चित चेतस की नहीं दयाल दमोदर, बिबह न जानस कोई, इस दी विचार आपां कर चुके हां। पर अज दे शब्द दी व्याख्या लई उस नूं विचारना अत लाजमी होवेगा।
ਭਗਤ ਧੰਨਾ ਸਾਹਿਬ ਜੀ ਦਾ ਇਹ ਤੀਸਰਾ ਸ਼ਬਦ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਧਨਾਸਰੀ ਅੰਦਰ ਇਸ ਸ਼ਬਦ ਨੂੰ ਦਰਜ ਕੀਤਾ ਗਿਆ ਹੈ। ਇਸ ਪਾਵਨ ਪਵਿੱਤਰ ਸ਼ਬਦ ਅੰਦਰ ਭਗਤ ਜੀ ਨੇ ਆਪਣੇ ਰੋਜ਼ਮर्रा ਜੀਵਨ ਵਿੱਚ ਜੋ ਲੋੜੀਂਦੀਆਂ ਚੀਜ਼ਾਂ ਨੇ, ਉਹਨਾਂ ਚੀਜ਼ਾਂ ਨੂੰ ਪਰਮਾਤਮਾ ਦੇ ਸਨਮੁਖ ਰੱਖ ਕੇ ਉਹਨਾਂ ਦੀ ਪੂਰਤੀ ਦੇ ਲਈ ਮਾਲਕ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਇਉਂ ਕਹਿ ਲੋ ਕਿ ਆਪਣਾ ਰੋਜ਼ ਦੇ ਜੀਵਨ ਵਿੱਚ ਜੋ ਉਹਨਾਂ ਨੂੰ ਖਾਣ ਨੂੰ, ਪੀਣ ਨੂੰ, ਖੰਡਾਣ ਨੂੰ ਔਰ ਸੰਗਤ ਲਈ ਜੀਵਨ ਸਾਥੀ ਚਾਹੀਦਾ ਹੈ, ਉਸ ਲਈ ਅਰਦਾਸ ਉਹਨਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਕਰ ਦਿੱਤੇ। ਇੱਥੇ ਆਰੰਭ ਵਿੱਚ ਇੱਕ ਅਰਜ਼, ਸਿਰਫ ਬਾਣੀ ਚੋਂ ਇੱਕ ਪੱਖ ਲੈ ਕੇ ਮਨ 'ਚ ਖਿਆਲ ਜ਼ਰੂਰ ਉਪਜੇ ਹੋਣਗੇ ਕਿ ਦੇਖੋ ਜੀ ਭਗਤ ਸਾਹਿਬ ਨੇ ਇਹ ਕੀ ਕੁਛ ਮੰਗਿਆ, ਪਰ ਉਹਨਾਂ ਦੀ ਸ਼ੁਰੂਆਤ ਦੇ ਜੋ ਸ਼ਬਦ ਦੀਆਂ ਤੁਕਾਂ ਨੇ ਉਹਨਾਂ ਨੂੰ ਕਦੀ ਵਿਸਾਰੀਏ ਨਾ ਕਿ ਇਹ ਦੁਨੀਆਦਾਰ ਬੰਦੇ ਦੀ ਖਾ ਕੇ ਸੌਣ ਵਾਲਾ ਤੇ ਸੌਂ ਕੇ ਜ਼ਿੰਦਗੀ ਕੱਢਣ ਵਾਲੇ ਦਾ ਸ਼ਬਦ ਨਹੀਂ, ਅੰਦਰੋਂ ਜਾਗਿਆ ਹੋਇਆ ਮਹਾਂਪੁਰਖ ਹੈ ਤੇ ਜੋ ਰੋਜ਼ਾਨਾ ਉਹਨਾਂ ਨੂੰ ਜ਼ਰੂਰਤ ਹੈ ਕੇਵਲ ਉਹ ਬੇਨਤੀ ਕੀਤੀ, ਕਿਉਂਕਿ ਇੱਕ ਮਹਾਂਪੁਰਖ ਸੁੱਕੀ ਰੋਟੀ ਦੀ ਖਾਤਰ ਵੀ ਕਿਸੇ ਦਾ ਮੁਹਤਾਜ ਨਹੀਂ ਹੋਣਾ ਚਾਹੁੰਦਾ। ਬਚਨ ਹੈ ਗੋਪਾਲ ਤੇਰਾ ਆਰਤਾ, ਆਰਤਾ ਦਾ ਅਰਥ ਕਿ ਲੋੜਵੰਦ, ਆਤੁਰ, ਜਾਂ ਇਉਂ ਕਹਿ ਲੋ ਮਾਲਕ ਦੇ ਦਰ ਦਾ ਜਾਚਕ। ਕਹਿੰਦੇ ਨੇ ਕਿ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲੇ ਪਰਮਾਤਮਾ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਤੇਰੇ ਦਰ ਦਾ ਭਿਖਾਰੀ ਹਾਂ, ਤੇ ਇਹ ਮੈਨੂੰ ਯਕੀਨ ਹੈ ਕਿ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਸੇਵਕ ਤੇਰੀ ਭਗਤੀ ਕਰਦੇ ਨੇ, ਤਿਨਕੇ ਕਾਜ ਸਵਾਰਤਾ, ਤੂੰ ਉਹਨਾਂ ਦੇ ਹਰ ਕਾਰਜ ਨੂੰ ਸਵਾਰਨਾ ਹੈ। ਪਰ ਜਦੋਂ ਅਸੀਂ ਭਗਤ ਜੀ ਦਾ ਪਹਿਲਾ ਸ਼ਬਦ ਪੜ੍ਹਿਆ, ਜਿਸ ਦੀ ਵਿਚਾਰ ਪਿਛਲੇ ਸਾਲ ਕੀਤੀ, ਤੇ ਇੱਕ ਇੱਛਾ ਹੈ ਕਿ ਸਾਲ ਦਾ ਵਕਤ ਵਿੱਚੋਂ ਨਿਕਲ ਜਾਏ, ਸਿਰਫ ਉਸ ਲੜੀ ਨਾਲ ਫਿਰ ਆਪਾਂ ਜੁੜ ਸਕੀਏ। ਉਹ ਸ਼ਬਦ ਸੀ ਭਗਤ ਧੰਨਾ ਜੀ ਦੇ ਬਚਨ ਹੈ, ਕਹਿੰਦੇ ਮਨਾ ਕਿਉਂ ਭਟਕਣਾ ਹੈ, ਹੇ ਚਿੱਤ ਇੱਕ ਪਰਮਾਤਮਾ ਤੋਂ ਬਿਨਾ ਦੂਜੇ ਪਾਸੇ ਕਿਉਂ ਤੂੰ ਆਸ ਲਾ ਕੇ ਬੈਠਾ? ਦੇਖ ਉਹ ਦਿਆਲੂ ਪਰਮਾਤਮਾ, ਤੂੰ ਧਰਤੀ ਦੇ ਕਿਸੇ ਖਿੱਤੇ ਵੀ ਚਲਾ ਜਾ, ਤੂੰ ਜ਼ਮੀਨ ਦੇ ਕਿਸੇ ਟੁਕੜੇ ਤੇ ਚਲਾ ਜਾ, ਤੂੰ ਸਪੇਸ ਵਿੱਚ ਬ੍ਰਹਿਮੰਡ ਵਿੱਚ ਕਿਸੇ ਗ੍ਰਹਿ ਤੇ ਆਪਣਾ ਟਿਕਾਣਾ ਬਣਾ, ਤੂੰ ਕਿਤੇ ਵੀ ਜਾਏਗਾ, ਸਾਰਿਆਂ ਨੂੰ ਦਾਤਾਂ ਤੇ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮਾਤਮਾ ਹੀ ਹੈ। ਦੇਖੋ ਸ਼ਬਦ ਅਸੀਂ ਪੜ੍ਹਿਆ ਸੀ ਕਿ ਚਿਤ ਚੇਤਸ ਕੀ ਨਹੀਂ ਦਇਆਲ ਦਮੋਦਰ, ਦਇਆਲ ਦਮੋਦਰ ਉਸ ਪਰਮਾਤਮਾ ਨੂੰ, ਦਿਆਲੂ ਨੂੰ, ਹੇ ਚਿੱਤ ਤੂੰ ਕਿਉਂ ਨਹੀਂ ਚੇਤੇ ਕਰਦਾ? ਚਿਤ ਚੇਤਸ ਕੀ ਨਹੀਂ ਦਇਆਲ ਦਮੋਦਰ, ਬਿਬੈ ਨਾ ਜਾਣਸ ਕੋਈ, ਬਿਬੈ ਦਾ ਅਰਥ ਹੈ ਹੋਰ ਕੋਈ ਦੂਜਾ, ਨਾ ਜਾਣਸ ਕੋਈ, ਪਰਮਾਤਮਾ ਤੋਂ ਬਿਨਾ, ਪ੍ਰਭੂ ਤੋਂ ਬਿਨਾ ਤੇਰੇ ਅੰਦਰ ਦੀ ਲੋੜ ਨੂੰ, ਤੇਰੇ ਅੰਦਰ ਦੇ ਦੁੱਖ ਨੂੰ, ਤੇਰੇ ਅੰਦਰ ਦੀ ਪੀੜਾ ਨੂੰ, ਤੇਰੇ ਅੰਦਰ ਦੀ ਅਰਦਾਸ ਨੂੰ ਹੋਰ ਕਿਸੇ ਨਹੀਂ ਜਾਣਨਾ। ਚਿਤ ਚੇਤਸ ਕੀ ਨਹੀਂ ਦਇਆਲ ਦਮੋਦਰ, ਬਿਬੈ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਤੂੰ ਬ੍ਰਹਿਮੰਡ ਵਿੱਚ ਜਾ, ਧਰਤੀ ਦੇ ਕਿਸੇ ਟੁਕੜੇ ਤੇ ਚਲਾ ਜਾ, ਜੋ ਕੁਝ ਕਰਤੇ ਨੇ ਕਰਨਾ ਹੈ ਉਹ ਕੁਝ ਹੀ ਹੋਵੇਗਾ। ਅੱਗੇ ਭਗਤ ਸਾਹਿਬ ਨੇ 3 ਪ੍ਰਮਾਣ ਦਿੱਤੇ ਨੇ, ਉਸ ਵਿੱਚ ਪਰਮਾਤਮਾ ਦੇ ਰਿਜ਼ਕ ਦੇਣ ਦੀ ਜਿਹੜੀ ਬਖਸ਼ੀਸ਼ ਹੈ, ਕਿਵੇਂ ਉਹ ਜੀਵਾਂ ਦੀ ਪਾਲਣਾ ਪੈ ਕਰਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਪਰਿਪੂਰਨ ਪਰਮਾਤਮਾ ਉਹ ਕਰਤੇ ਬਾਅਦ ਵਿੱਚ ਨੇ ਤੇ ਦਾਤੇ ਪਹਿਲਾਂ ਨੇ। ਫਿਰ ਬੇਨਤੀ, ਉਹ ਕਿਰਤ ਬਾਅਦ ਵਿੱਚ ਕਰਦੇ ਪਏ ਨੇ, ਪਰ ਜੀਵਾਂ ਦੀ ਰੋਜ਼ੀ ਦਾ ਪ੍ਰਬੰਧ ਜਿਹੜੇ ਬਣਾਏ ਨੇ, ਉਹਨਾਂ ਦੀ ਰੋਜ਼ੀ, ਉਹਨਾਂ ਦੀ ਰੋਟੀ ਦਾ ਪ੍ਰਬੰਧ ਪਹਿਲਾਂ ਕਰ ਦਿੰਦੇ ਨੇ। ਆਸਾ ਕੀ ਵਾਰ ਦੀ ਪੌੜੀ ਹੈ, ਅਸੀਂ ਪੜ੍ਹਨੇ ਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ। ਤੂੰ ਪਹਿਲਾਂ ਰਿਜ਼ਕ ਦੇਣਾ ਹੈ,
फिर तू उस जीव नूं बना रहा है, पहलों देता रिजक संभाह, पिछों देता जंत उपाह। पहला रिजक बना दिता, फिर बाद विच जीव पैदा किया। दाता करता आप तू, तुस देवै करें पसाओ, तू त्रुट के जीवां नूं पसाओ, बख्शिश देना प्रसाद देना है। पर इत्थे एक बेनती जो करनी चाहता है दास, इस शब्द के अर्थां नूं सिर्फ आप नाल सांझे कर ले। भगत जी ने उत्थे 3 वचन कहे, कहंदे ने परमात्मा किवें जीवां नूं रोजी दिंदा है, उन्हां दी संभाल करदा है। ਉਹਦੇ ਵਿੱਚ ਇੱਕ ਤਾਂ ਉਹਨਾਂ ਜ਼ਿਕਰ ਕੀਤਾ ਮਾਨਵ ਦੇਹੀ ਦਾ, ਦੂਸਰਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇੱਕ ਉਹ ਕੱਛੂ ਕੁੰਮੀ ਦੇ ਬੱਚੇ ਦਾ, ਤੇ ਤੀਸਰਾ ਉਹਨਾਂ ਨੇ ਆਪਣੀ ਰਚਨਾ ਵਿੱਚ ਜਿਹੜੀ ਉਦਾਹਰਨ ਲਈ, ਉਹਨਾਂ ਨੇ ਉਸ ਕੀੜੇ ਦੀ ਲਈਏ ਜੋ ਪੱਥਰ ਦੇ ਵਿੱਚ ਰਹਿੰਦਾ ਹੈ। ਪੱਥਰ ਵਿੱਚ ਰਸਤਾ ਵੀ ਕੋਈ ਨਹੀਂ, ਕੋਈ ਦਾਣਾ, ਕੋਈ ਚੋਗਾ, ਕੋਈ ਆਟਾ ਉਤੋਂ ਤੱਕ ਪਹੁੰਚਾਉਣ ਵਾਲਾ ਨਹੀਂ, पर परमात्मा इन्हां तिन्नां नूं ही रिज़्क दई जांदा है। चित चेतस कीनी दयाल दमोदर, बिबह न जानस कोई, जे धावें ब्रह्मंड खंड को, करता करे सो होई। अगलियां तुकां ने जननी केरे उदर उदक में, सिर्फ अखरी अर्थ आपां कर लईए, भावें शब्द दे अर्थ आपां जानने खां, पर गुरबाणी दा जिन्ना अभ्यास नित नवां हुंदा रहेगा, उन्नी वो विचार साडे अंदर गहरा प्रभाव छड्डेगी। जननी, जननी दा अर्थ है जन्म देने वाली मां, केरे दा अर्थ है ओदे विच, ओदे उदर विच। जननी केरे उदर उदक में, ते जिस थां ते तेरे शरीर ऊपर केवल झिल्ली एक जाला जिहा है, पानी दे विच इंसान है, इस कोल बोल नहीं, इस कोल शब्दावली नहीं। जननी केरे उदर उदक में पिंड किया 10 द्वारा। उस परमात्मा ने पिंड आ शरीर 10 दरवाजियां वाला, जिदे 9 प्रगट ने 10वां गुप्त कहे, उस परमात्मा ने 10 दरवाजियां वाला ये शरीर पिंड बना दिता। जननी केरे उदर उदक में पिंड किया 10 द्वारा। पर अगली बख्शिशों ने की कीती, दे आहार अग्न में रख है। उस पानी विच, उस अग विच, उस थां ते परमात्मा इस जीव नूं आहार देई जांदा है। ये गल वखरी कि भावें वो आहार मां दे राहीं दे रहा है, पर देण वाले ने बिध तां खुद बनाई है। करता पुरख मां दे उदर दे पानी दी अग विच इस जीव दी रोजी दा प्रबंध करी बैठा है। जननी केरे उदर उदक में, पिंड किया 10 द्वारा, दे आहार अग्न में राख है, ऐसा खसम हमारा। कहंदे ने मेरा खसम भगत धन्ना जी, कहंदे ने मेरा खसम ऐसा है जिहड़ा मां दे उदर विच भी रोटी देंदा, रिज़्क देंदा है। दूसरा वचन कहन लगे कि कुम्मी जल में तन तिस बाहर। तन दा अर्थ असी करांगे बच्चे, इहदे तो शब्द बनिया है तनुज। तनुज दा अर्थ भी बच्चा हुंदा है, तन विचों जो पैदा होया है। जननी केरे उदर उदक में पिंड किया 10 द्वारा, दे आहार अग्न में राख है, ऐसा खसम हमारा। कहंदे ने कुम्मी जल में तन तिस बाहर। कच्छू कुम्मी पानी विच है, पर ओदे बच्चे जिहड़े ने, ओदा आंडा जिहड़ा ओ बरेते विच है। ये कई बारी आप नाल विचार साझे कीते ने, दोहरा दियां कि कच्छू कुम्मी कदी भी आंडा अपना पानी विच नहीं दिंदी। जदों आंडियां दा वक्त आउंदा है, वो बाहर रेते दे विच अपना आंडा देगी, पर आप पानी विच जा उस आंडे दा ध्यान टिकाना शुरू करेगी। जिस दिशा वल वो आंडा पे, कच्छू कुम्मी रोज ओदा ध्यान टिकांदी है, पर ओदे ध्यान दी इकाग्रता विच परमात्मा ने इन्नी ताकत पा दिती, ज्यों ज्यों अपने बच्चे दा ध्यान धरदी है, आंडे दा ध्यान धरदी है, त्यों त्यों परमात्मा उस आंडे विच बच्चे नूं जीवन देई जांदा है। खेड़ तां परमात्मा दी। आखिर कच्छू कुम्मी उन्हें ध्यान कितों सिक्ख्या नहीं, ਉਹਨੂੰ ਤਾਂ ਕਿਸੇ ਧਰਮ ਗ੍ਰੰਥ ਧਰਮ ਵਿਦਵਾਨ ਨੇ ਇਹ ਪ੍ਰਚਾਰ ਵੀ ਨਹੀਂ ਕਰਕੇ ਦੱਸਿਆ ਕਿ ਤੂੰ ਧਿਆਨ ਕਿਵੇਂ ਧਰਨਾ ਹੈ। ਇਹ ਜਮਾਂਦਰੂ ਪਰਮਾਤਮਾ ਨੇ ਉਹਦੇ ਅੰਦਰ ਸ਼ਕਤੀ ਪਾਈ ਹੈ ਕਿ ਜਦੋਂ ਉਹਦਾ ਆਂਡਾ ਹੁੰਦਾ ਹੈ ਉਹ ਆਂਡੇ ਦਾ ਧਿਆਨ ਧਰਦੀ ਏ। ਧਿਆਨ ਵਿੱਚ ਆਪਣੇ ਆਪ ਬੱਚਾ ਵਿਕਸਿਤ ਹੁੰਦਾ ਹੈ, ਆਂਡਾ ਧਿਆਨ ਨਾਲ ਟੁੱਟਦਾ ਹੈ ਤੇ ਕੱਛੂ ਕੁੰਮੀ ਬੱਚੇ ਨੂੰ ਲੈ ਕੇ ਪਾਣੀ ਵੀ ਚਲੀ ਜਾਂਦੀ ਏ। ਮਹਾਰਾਜ ਜੀ ਭਗਤ ਧੰਨਾ ਸਾਹਿਬ ਕਹਿੰਦੇ ਦੇਖੋ ਮਨਾ ਕੱਛੂ ਕੁੰਮੀ ਦੇ ਧਿਆਨ ਰਾਹੀਂ ਪਰਮਾਤਮਾ ਉਹਦੇ ਬੱਚੇ ਨੂੰ ਪਾਲ ਲੈ, ਉਹ ਤੈਨੂੰ ਕਿਉਂ ਨਹੀਂ ਰਿਜ਼ਕ ਦੇਗਾ।
कुम्मी जल में तन तिस बाहर, पंख खीर तिन नाही, पूर्ण परमानंद मनोहर समझ देख मन माही। अगलियां तुकां ने, पाखन कीट गुप्त होए रहता, पत्थर दा कीड़ा तां बिल्कुल गुप्त है, वो नज़र भी नहीं आउंदा पिया, चार चुफेरे पत्थर ठोस कठोर, पाखन कू कीट गुप्त होए रहता, तांचो मार्ग नाही, कह धन्ना पूर्ण ताहू को। कहते ने क्यों जिंदे डर नहीं पई, क्यों तू खबरा ना पिया, क्यों तेनू चिंता लग गई। कह धन्ना पूर्ण ताहू को मत रे जी डराही, ना डर भोलिए जिंदे। जे परमात्मा मां दे उदर विच, जे कच्छू कुम्मी दे बच्चे, जे पत्थर दे कीड़ियां नू रिजक देंदा पिया, तू अंदर नू वंचलित ना कर, वो परमात्मा तेरी भी संभाल करेगा। और जिहड़ी असल अर्ज करनी है, एक सवाल उठेगा, क्योंकि गुरबाणी ने उद्यम करन दी गल कही है, चिंता करन दी गल नहीं कही। कहंदे ने तू उद्यम कर पर चिंता ना कर, चिंता तेरे रिजक दी परमात्मा नू है। असी बाणी च पढ़ने आ कि नानक चिंता मत करो, चिंता नहीं ओदा चिंतन कर जिहड़ा तेनू रिजक दे रहा है, उस परमात्मा दी बंदगी कर। नानक चिंता मत करो, चिंता तिसकी है, तेरी चिंता उसनू है। जल में जंत उपायन, तिना पी रोजी दे। आ समुंदर विच उहने किन्ने जीव पैदा कर दिते, उस समुंदर विच पता नहीं अनगिनत जीवां नू रोजी पिया दिंदा है। देख उन्हां नू चिंता नहीं, पर रोजी तां उन्हां नू ही मिलदी है। नानक चिंता मत करो, चिंता तिसी है। जल में जंत उपायन, तिना पी रोजी दे। उथे हट ना चली, ना को किरस करे, उथे स्टोर भी कोई नहीं, दुकाना भी कोई नहीं, ते ना उथे खल कोई वांदा है। उथे हट ना चली, ना को किरस करे, सौदा मूल ना होवी, उथे तां बंदा कोई बिजनेस व्यापार भी नहीं करदा पिया। पानी विच किन्ने व्यापार करना, कोई जीव व्यापारी है। सौदा मूल ना होवी, ना को लै ना दे। आपां तां मुक जाए, किसे दो उधार मंग लैने आ, पानी दे जीव तां एक दूजे तो उधार भी नहीं मंगदे पे। सौदा मूल ना होवी, ना को लै ना दे। महाराज कहंदे ने फिर देख कि जियां का आहार जी खाना, एहो करे विच उपाए सायरा, तिना पे सार करे। नानक चिंता मत करो, चिंता तिसी है। वो चिंता परमात्मा नू है। जे चिंता परमात्मा नू है, इच कोई शक नहीं। सतगुरु कलगी वाले दे ता बचन ने कि और की बात कहां कहे तो सो सवैये, सो पेटिए के पट बीच बचावे, वो तां मां दे उदर विच रोजी देंदा है। महाराज जी ने जदों जफरनामे दा पहला शेर लिखिया, मैं कई बारी सोचना कि हिंदुस्तान दा बादशाह होवे, उस वक्त दियां लिखतां कदी पढ़ो। हिंदी दा कवि जे कोई चिट्ठी लिखेगा, ओनू रिजक दाता लिखेगा, ओनू अन्नदाता लिखेगा। यही कारण कि उस धरती उत्ते बादशाह नू भगवान ही तां मान लिया गया क्योंकि खुशामदी लोग इन्ने को पैदा हो गए, रब ते भरोसा छड्ड के कहन लग पे राजा ही रब है, यही सानू रिजक देंदा है। जिहड़ा औरंगजेब नू चिट्ठी लिखेगा, ओनू रिजक दाता ही लिखेगा, प्रजा पालक ही लिखेगा, ओनू अपना शहनशाह लिखेगा। पर कलगीधर जी ने जदों जफरनामा लिखे है, उस विच पहले शेर ही लिखे ने, औरंगजेब नू मुखातब करके नहीं, दास्तान बाद विच कहे। पहला लिखे ये कमाल करामात कायम करीम, रजा बख्श राजक रिहा कुन रहीम। ये भरम कढ़ दिता कि लोग तेनू रिजक दाता, प्रजा पालक, तेनू बहुत कुछ तुखलस दे दे के जां विशेषण ला ला के तेनू पुकारदे ने। कहन लगे मैं तां अकाल पुरख वैगुरु दियां अलौकिक करामातां दा, अजीब शक्तियां दा कायल खां। कहन लगे परमात्मा तू ही रिजक दाता है, तू ही परवरिश करने वाला है। कमाल करामात कायम करीम, रजा बख्श राजक रिहा कुन रहीम। राजक दर ते रिजक देने वाला, आमा बख्श बख्शंदा ओ दस्तगीर, दस्तगीर आमा बख्श बख्शंदा ओ दस्तगीर। शरण विच पया होया दी तू बाह पकड़न वाला वाहिगुरु, तेरे तो बिना किसे बादशाह दी की ताकत किसे दी कोई बाह पकड़ सके। ये चैलेंज सी उन्हों कि तू भुलेखा मन चो कढ़ दे। आमा बख्श बख्शंदा ओ दस्तगीर, खता बख्श तू गुनाह बख्शन वाला वाहिगुरु। रोजी देखो फिर जिक्र रोजी दा कीता,
ਖਾਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ। ਪਜ਼ੀਰ ਦਾ ਅਰਥ ਹੁੰਦਾ ਪਿਆਰਾ ਲੱਗਣਾ। ਤੂੰ ਸਭ ਦੇ ਦਿਲ ਨੂੰ ਪਿਆਰਾ ਲੱਗਣਾ ਹੈ ਤੇ ਸਭ ਨੂੰ ਰਿਜ਼ਕ ਪਿਆ ਦੇਣਾ ਹੈ। ਕਿਸੇ ਦੇ ਗੁਣ ਔਗੁਣ ਵੀ ਨਹੀਂ ਚਿਤਾਰਦਾ, ਕਿਉਂਕਿ ਪਰਮਾਤਮਾ ਦਾ ਸੁਭਾਅ ਹੈ, ਉਹਨੇ ਸਭ ਨੂੰ ਰਿਜ਼ਕ ਦੇਣਾ। ਜੇ ਕਲਗੀਧਰ ਦੀ ਬਚਨਾਂ ਵਿੱਚ ਆ ਜਾਈਏ, ਮਹਾਰਾਜ ਜੀ ਤਾਂ ਕਹਿੰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪ੍ਰਾਨ ਕੇ ਬਚਈਆ, ਦੁੱਧ ਪੂਤ ਕੇ ਦਵਈਆ। ਉਹ ਤਾਂ ਪ੍ਰਾਣਾਂ ਨੂੰ ਬਚਾਉਣ ਵਾਲੇ ਨੇ, ਦੁੱਧ ਪੁੱਤਰ ਦੀਆਂ ਦਾਤਾਂ ਦੇਣ ਵਾਲੇ ਨੇ। ਫਿਰ ਇਹ ਵੀ ਕਹਿੰਦੇ ਨੇ ਜਿਨ੍ਹਾਂ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਆਇਓ, ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ। ਜਿਨਨੇ ਤੇਰੀ ਭਗਤੀ ਕੀਤੀ ਉਹਦੇ ਘਰ 'ਚ ਕਿਸੇ ਚੀਜ਼ ਦੀ ਤੂੰ ਕਮੀ ਵੀ ਨਾ ਰਹਿਣ ਦਿੱਤੀ। ਜੋ ਅਸਲ ਬੇਨਤੀ ਮੈਂ ਕਰਨੀ ਚਾਹਨਾ ਕਿ ਪਰਮਾਤਮਾ ਰਿਜ਼ਕ ਦਾਤਾ ਹੈ। ਭਗਤ ਧੰਨਾ ਜੀ ਖੁਦ ਕਹਿ ਰਹੇ ਨੇ, ਉਹ ਉਦਰ ਵਿੱਚ, ਉਹ ਪੱਥਰ ਵਿੱਚ, ਉਹ ਪਾਣੀ ਵਿੱਚ, ਉਹ ਸਾਰੇ ਜੀਵਾਂ ਨੂੰ ਰੋਜ਼ੀ ਦਿੰਦਾ ਹੈ। ਤੇ ਇੱਕ ਸਵਾਲ ਇਹਨੂੰ ਤਰਕ 'ਚ ਨਹੀਂ ਲਿਜਾਣਾ। ਫਿਰ ਭਗਤ ਜੀ ਖੁਦ ਕਿਉਂ ਕਹਿ ਰਹੇ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਦਾਲ ਸੀਧਾ ਮੰਗੂ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਚੀਜ਼ਾਂ ਰੋਜ਼ਮर्रा ਜੀਵਨ ਵਿੱਚ ਵਰਤਣ ਵਾਲੀਆਂ ਜੇ ਸਭ ਕੁਝ ਦੇਣ ਵਾਲਾ ਹੈ ਤੇ ਇੱਕ ਸਵਾਲ ਉੱਠੇਗਾ, ਫਿਰ ਜੀ ਇਹ ਉਹਨਾਂ ਭਗਤਾਂ ਨੇ ਕਿਉਂ ਮੰਗਿਆ? ਤੇ ਕਈ ਵਾਰੀ ਕਈ ਸੱਜਣ ਇਸ ਪਵਿੱਤਰ ਸ਼ਬਦ ਨੂੰ ਲੈ ਕੇ ਅੰਦਰ ਸ਼ੰਕੇ ਦੀ ਗੰਢ ਬੰਨ ਲੈਂਦੇ ਨੇ। ਇੱਥੇ ਇੱਕ ਅਰਜ਼ ਕਰਨੀ ਚਾਹਾਂਗਾ ਕਿ ਕੇਵਲ ਭਗਤ ਧੰਨਾ ਜੀ ਨਹੀਂ, ਜਦੋਂ ਅਸੀਂ ਦੁਨੀਆਦਾਰ ਹੋ ਕੇ ਵਿਚਰਨੇ ਆ ਤੇ ਖਾਸ ਕਰਕੇ ਮੰਗਦਾ ਉਹ ਪਿਆ ਜਿਹਦੀ ਕਿਰਤ ਹੈ ਖੇਤ ਵਾਹਣੇ। ਮੈਨੂੰ ਖਿਮਾ ਕਰਿਓ, ਮੈਂ ਸ਼ਬਦ ਕਹਿਣਾ ਚਾਹਾਂਗਾ ਕਿ ਉਹ ਜ਼ਿਮੀਦਾਰ ਕਿ ਜਿਹਦੀ ਰੋਟੀ ਅਜੇ ਘਰ 'ਚ ਬਾਅਦ 'ਚ ਆਉਣੀ ਹੈ ਤੇ ਸ਼ਾਹੂਕਾਰ ਨੇ ਉਹਦੇ ਦਾਣੇ ਪਹਿਲਾਂ ਲੈ ਜਾਣੇ ਨੇ, ਉਹ ਵਿਚਾਰਾ ਤਾਂ ਦਾਣੇ ਸੱਟਦਾ ਹੈ ਤੇ 6 ਮਹੀਨੇ ਪਹਿਲਾਂ ਹੀ ਕਰਜ਼ਾਈ ਹੋਇਆ ਰਹਿੰਦਾ ਹੈ। ਉਹ ਭਗਤ ਇੱਕ ਖੇਤ ਵਾਹਣ ਵਾਲਾ ਮਹਾਂਪੁਰਖ, ਦੇਖੋ ਇਹਨੂੰ ਕਿਰਤ ਨਾਲ ਜੋੜ ਕੇ ਦੇਖਿਓ। ਉਹ ਇਹ ਕਹਿ ਰਿਹਾ ਪਰਮਾਤਮਾ ਕਿ ਰੋਟੀ ਇੱਕ ਸੰਸਾ ਹੈ, ਜੇ ਬੰਦੇ ਦੀ ਰੋਟੀ ਨਹੀਂ, ਇਹ ਦਰ ਦਰ ਦਾ ਮੁਥਾਜ ਹੈ, ਤੇਰੀ ਭਗਤੀ ਕਿਵੇਂ ਕਰੇਗਾ? ਇਉਂ ਕਹਿ ਲੋ ਅੰਦਰ ਨੂੰ ਸਵਤੰਤਰ ਕਰ ਲਈ, ਅੰਦਰ ਨੂੰ ਕਰਜ਼ ਤੋਂ ਮੁਕਤ ਕਰ ਲਈ, ਅੰਦਰ ਨੂੰ ਕਿਸੇ ਦਾ ਮੁਥਾਜ ਨਾ ਰਹੇ। ਉਹ ਪਰਮਾਤਮਾ ਤੋਂ ਮੰਗਦੇ ਨੇ। ਤੇ ਭਗਤ ਜਦੋਂ ਅਸੀਂ ਅਰਦਾਸ ਕਰਨੇ ਆ, ਕਿਉਂਕਿ ਇਹ ਸਾਰੀ ਗੱਲ ਕਈ ਵਾਰੀ ਕਾਹਲੀ 'ਚ ਕਹਿ ਦਿੰਦੇ ਆ, ਨਹੀਂ ਜੀ ਅਰਦਾਸ ਨਹੀਂ ਕਰਨੀ ਚਾਹੀਦੀ, ਕੋਈ ਮੰਗ ਨਾ ਮੰਗੋ। ਇੱਕ ਦਾਸ ਬੇਨਤੀ ਕਰੇਗਾ, ਠਰਮੇ ਨਾਲ ਸੁਣਿਓ। ਦੇਖੋ ਅਸੀਂ ਹਾਂ ਸੰਸਾਰੀ ਲੋਕ, ਗੁਰੂ ਨੇ ਇੱਕ ਕਿਰਪਾ ਬਣਾ ਕੀਤੀ, ਉਹਨੇ ਸੰਸਾਰੀਆਂ ਵਿੱਚ ਨਿਰੰਕਾਰੀ ਪੈਦਾ ਕੀਤੇ। ਨਿਰੰਕਾਰੀ ਦੂਜੇ ਨਾ ਕਿਤੇ ਮੰਨ ਲੈਣਾ, ਨਿਰੰਕਾਰ ਨੂੰ ਮੰਨਣ ਵਾਲੇ। ਸੰਸਾਰ ਹੈ, ਇਹਦੇ ਵਿੱਚ ਨਿਰੰਕਾਰ ਦੀ ਉਪਾਸਨਾ ਰਹਿੰਦਾ ਪਰਿਵਾਰ ਵਿੱਚ, ਪਰ ਸੁਰਤ ਆਪਣੀ ਕਰਤਾਰ ਨਾਲ ਜੋੜ ਕੇ ਬੈਠਾ ਹੈ। ਰਹਿੰਦਾ ਆਪਣੇ ਬਿਜ਼ਨਸ ਵਿੱਚ ਹੈ, ਪਰ ਅੰਦਰ ਵਾਲਾ ਜਿਹੜਾ ਹੈ ਉਹ ਪਰਮਾਤਮਾ ਨੂੰ ਕਦੀ ਭੁੱਲਦਾ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਕਿ ਸਰਵਰ ਕਮਲ ਕਿਰਨ ਆਗਾਸ਼ੀ ਬਿਗਸੈ ਸਹਿ ਸੁਭਾਈ। ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ ਕਿ ਕਮਲ ਦਾ ਫੁੱਲ ਸਰੋਵਰ ਵਿੱਚ ਹੈ ਤੇ ਪਿਆਰ ਉਹਦਾ। ਕਦੀ ਤੁਸੀਂ ਦੇਖੋ ਕਮਲ ਦਾ ਫੁੱਲ ਆਪਣੀ ਗਰਦਨ ਪਾਣੀ ਵੱਲ ਨਹੀਂ ਝੁਕਾਉਂਦਾ, ਜ਼ਮੀਨ ਵੱਲ ਨਹੀਂ ਝੁਕਾਉਂਦਾ। ਜਦੋਂ ਵੀ ਦੇਖੋਗੇ ਉਹ ਪੂਰਨ ਤੌਰ ਤੇ ਜਦੋਂ ਖਿੜਾ ਵਿੱਚ ਆਉਂਦਾ ਹੈ ਤੇ ਉਹਦਾ ਧਿਆਨ ਇੱਕੋ ਦਮ ਸੂਰਜ ਵੱਲ ਚਲਾ ਜਾਂਦਾ ਹੈ। ਰਹਿੰਦਾ ਚਿੱਕੜ ਵਿੱਚ ਹੈ, ਪਲਦਾ ਪਾਣੀ ਵਿੱਚ ਹੈ ਤੇ ਸੰਬੰਧ ਆਪਣੇ ਸੂਰਜ ਨਾਲ ਬਣਾਈ ਬੈਠਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ 'ਚ ਰਹਿ ਕੇ ਆਪਣਾ ਰਿਸ਼ਤਾ ਸੂਰਜ ਨਾਲ ਬਣਾਈ ਬੈਠਾ ਹੈ, ਤੇ ਜਿਹੜਾ ਗੁਰਮਤੀਆ ਸਿੱਖ ਹੈ ਉਹ ਪਰਿਵਾਰ ਵਿੱਚ ਰਹਿੰਦਿਆਂ ਆਪਣਾ ਸੰਬੰਧ ਕਰਤਾਰ ਨਾਲ ਬਣਾਈ ਬੈਠਾ। ਧਿਆਨ ਉਹਦਾ ਪਰਮਾਤਮਾ ਵੱਲ ਹੈ। ਸਰਵਰ ਕਮਲ ਕਿਰਨ ਆਗਾਸੀ, ਕਿਰਨਾਂ ਆਕਾਸ਼ ਤੋਂ ਮਿਲਦੀਆਂ ਨੇ। ਬਿਗਸੈ ਸਹਿ ਸੁਭਾਈ। ਨਹੀਂ ਗੁਰਮਖੋ, ਜਿਸ ਚੀਜ਼ ਦੀ ਸਿੱਖ ਨੂੰ ਲੋੜ ਹੈ ਉਹਨੇ ਬੰਦੇ ਅੱਗੇ ਤਾਂ ਝੋਲੀ ਅੱਡਣੀ ਨਹੀਂ। ਬਾਬਾ ਫਰੀਦ ਸਾਹਿਬ ਦੇ ਕਥਨ ਮੁਤਾਬਕ ਉਹ ਤਾਂ ਇਹ ਕਹਿੰਦੇ ਨੇ ਕਿ ਮਾਲਕ ਤੂੰ ਖੁਦਾ ਇੰਨੀ ਕੁ ਬਖਸ਼ਿਸ਼ ਕਰ ਕਿ ਜਿਉਂਦੇ ਜੀ ਕਿਸੇ ਬੰਦੇ ਦੇ ਸਾਹਮਣੇ ਝੋਲੀ ਨਾ ਅੱਡਣੀ ਪਏ। ਇੱਥੇ ਬੜਾ ਸਪਸ਼ਟ ਜੇ ਬੰਦੇ ਦਾ ਸੁਭਾਅ ਹੈ, ਇਹ ਮਦਦ ਕਰਦਾ ਹੈ ਤੇ ਮਦਦ ਕਰਨ ਤੋਂ ਬਾਅਦ ਮਰਦੇ ਦਮ ਤੱਕ ਬੰਦੇ ਨੂੰ ਚਿਤਾਰ ਚਿਤਾਰ ਕੇ ਕੋਸੀ ਜਾਂਦਾ ਹੈ। ਇਹ ਸੁਭਾਅ ਹੈ ਨਾ। ਇੱਥੋਂ ਤੱਕ ਸਕਾ ਭਰਾ ਵੀ ਮਦਦ ਕਰੇ, ਪਰ ਉਹ ਵੀ 4 ਬੰਦਿਆਂ 'ਚ ਖਲੋ ਕੇ ਕਹੇਗਾ ਇਹਦੇ ਪੱਲੇ ਕੀ ਸੀ, ਆਖਰ ਅਸੀਂ ਮਦਦ ਕੀਤੀ, ਮੈਂ ਆਪਣਾ ਆਪ ਇਹਦੀ ਖਾਤਰ ਲਾ ਦਿੱਤਾ।
ਖਿਮਾ ਕਰਿਓ, ਇੱਥੇ ਕਈ ਵਾਰੀ ਜਨਮ ਦੇਣ ਵਾਲੇ ਪੁੱਤ ਧੀਆਂ ਵੀ ਕਹਿਣ ਲੱਗ ਪੈਂਦੇ ਨੇ, ਆਖਰ ਸਾਡੇ ਸਿਰ ਤੇ ਮਾਪੇ ਬੈਠੇ ਨੇ ਜਿਨ੍ਹਾਂ ਨੇ ਮਾਂ ਬਾਪ ਦੇ ਘਰੋਂ ਸਭ ਕੁਝ ਲਿਆ, ਮਾਂ ਦਾ ਦੁੱਧ ਪੀਤਾ, ਉਹ ਜਿਹਦਾ ਦੁੱਧ ਪੀਤਾ ਉਹਦੇ ਤੇ ਵੀ ਅਹਿਸਾਨ ਜਤਾਉਂਦੇ ਨੇ। ਪਰਮਾਤਮਾ ਇੱਕ ਐਸਾ ਹੈ, ਸਭ ਨੂੰ ਰਿਜ਼ਕ ਦਿੰਦਾ ਹੈ, ਭਾਵੇਂ ਅਕਿਰਤ ਘਣ ਵੀ ਕੋਈ ਬਣ ਜਾਏ, ਉਹ ਚਤਾਰ ਕੇ ਨਹੀਂ ਕਹਿੰਦਾ ਮੈਂ ਤੇਰੀ ਇੰਨੀ ਪਰਵਰਿਸ਼ ਕੀਤੀ ਹੈ। ਉਹਦਾ ਇੱਕ ਸੁਭਾਅ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਹੈ, ਅਸੀਂ ਬਾਬਾ ਫਰੀਦ ਸਾਹਿਬ ਦਾ ਪੜ੍ਹਦੇ ਹਾਂ ਕਿ ਕਿਸੇ ਦੇ ਦਰ ਦਾ ਮੁਤਾਜ ਨਾ ਕਰੀ। ਇਹਨੂੰ ਇਸ ਕਨਸੈਪਟ 'ਚ ਲੈਣਾ ਕਿ ਭਗਤ ਇੱਕ ਅੱਧ ਸੇਰ ਆਟੇ ਦੀ ਖਾਤਰ ਵੀ ਕਿਸੇ ਅੱਗੇ ਝੁਕਣਾ ਨਹੀਂ ਚਾਹੁੰਦਾ। ਉਹਦੇ ਅੰਦਰ ਦੀ ਅਣਖ ਹੈ, ਇਹਨੂੰ ਅਣਖ ਨੂੰ ਹੰਕਾਰ 'ਚ ਮਤ ਲਿਜਾਣ। ਉਹ ਇੱਕ ਪੈਰਾਂ 'ਚ ਪਾਉਣ ਵਾਲੀ ਜੁੱਤੀ ਦੀ ਖਾਤਰ ਵੀ ਕਿਸੇ ਦੇ ਮੁਤਾਜ ਨਹੀਂ ਬਣਨਾ ਚਾਹੁੰਦਾ। ਤਾਂ ਹੀ ਬਾਬਾ ਸਾਹਿਬ ਨੇ ਕਿਹਾ, ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ। ਕਿਸੇ ਦੇ ਦਰਵਾਜ਼ੇ ਦਾ ਮੁਤਾਜ ਬਣਾ ਨਹੀਂ ਤੇ ਸਰੀਰ ਵਿੱਚੋਂ ਜਿੰਦ ਕੱਢ ਲਈ। ਮੈਂ ਇੱਕ ਰੋਟੀ ਦੇ ਟੁਕੜੇ ਦੀ ਖਾਤਰ ਵੀ ਕਿਸੇ ਦੇ ਦਰ ਦਾ ਮੁਤਾਜ ਨਹੀਂ ਬਣਨਾ। ਆ ਸਾਨੂੰ ਜਦੋਂ ਲੋੜ ਹੁੰਦੀ ਹੈ, ਸਿੱਖ ਨੇ ਕਿਹਦੇ ਕੋਲੋਂ ਅਰਦਾਸ ਕਰਨੀ? ਪੁਰਾਤਨ ਸਮੇਂ ਤਾਂ ਗੁਰੂ ਕੇ ਸਿੱਖੋ ਰਹਿਤਵਾਨ ਬੰਦਗੀ ਕਰਨ ਵਾਲੇ ਗੁਰਸਿੱਖ, ਉਹਨਾਂ ਨੂੰ ਬੁਲਾ ਕੇ ਕਿਹਾ ਜਾਂਦਾ ਸੀ ਕਿ ਤੁਸੀਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੋ, ਆਪਣੀ ਮੰਗ, ਆਪਣੇ ਅੰਦਰ ਦੀ ਪੀੜਾ ਮਾਲਕ ਦੇ ਦਰ ਤੇ ਰੱਖਣੇ। ਇਹੀ ਕਾਰਨ ਕਿ ਜਦੋਂ ਅੱਜ ਅਸੀਂ ਰੌਲਾ ਪਾਉਂਦੇ ਹਾਂ ਕਿ ਫਲਾਣਾ ਬੰਦਾ ਉਹ ਟੂਣੇ ਵਾਲੇ ਕੋਲ ਚਲਾ ਗਿਆ, ਫਲਾਣਾ ਬਾਲਾ ਮੰਤਰਾਂ ਵਾਲੇ ਕੋਲ ਚਲਾ ਗਿਆ, ਫਲਾਣਾ ਹੱਥ ਵਿਖਾਣ ਵਾਲੇ ਪਿੱਛੇ ਚਲਾ ਗਿਆ, ਛੱਡੋ ਜੀ ਫਲਾਣਾ ਤਾਂ ਦੂਜੇ ਦੇ ਡੇਰੇ ਤੇ ਭਟਕਦਾ ਰਿਹਾ। ਦੇਖੋ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੱਸਾਂਗੇ ਨਹੀਂ ਕਿ ਤੇਰੀਆਂ ਸੰਸਾਰ ਦੀਆਂ ਲੋੜਾਂ ਵੀ ਗੁਰੂ ਪੂਰੀਆਂ ਕਰਦਾ, ਸੱਚ ਐਵੇਂ, ਉਦੋਂ ਬੰਦਾ ਕਿਸੇ ਦੇ ਦਰ ਤੇ ਨਹੀਂ ਜਾਏਗਾ। ਜੇ ਦੱਸਾਂਗੇ ਤੇ ਗੁਰੂ ਦਰ ਤੇ ਡਿੱਗਾ ਰਹੇਗਾ। ਤੇ ਜੇ ਉਹਦੀ ਅਵਸਥਾ ਤਾਂ ਵਿਚਾਰੇ ਦੀ ਰੋਟੀ ਖਾਣ ਦੀ, ਰੋਟੀ ਦਾ ਮੁਤਾਜ ਹੈ, ਤੇ ਸੁਣਾਨੇ ਉਹਨੂੰ ਇਹ ਪਿਆ ਵੀ ਆਹ ਚੀਜ਼ ਨਾ ਮੰਗੀ। ਨਹੀਂ, ਆਓ ਬਾਣੀ 'ਚ 2-3 ਬਚਨ ਅਸੀਂ ਲੈ ਲਈਏ। ਧੰਨ ਗੁਰੂ ਅਰਜੁਨ ਦੇਵ, ਉਹਨਾਂ ਨੇ ਆਪ ਅਰਦਾਸ ਸਾਨੂੰ ਸਿਖਾਈ। ਕਹਿਣ ਲੱਗੇ, ਤੈਨੂੰ ਲੋੜ ਹੋਵੇ ਥੋੜ ਹੋਵੇ ਤੇ ਤੂੰ ਕਿਸੇ ਤੋਂ ਮੰਗਣ ਦੀ ਥਾਂ ਆਪਣੇ ਮਾਲਕ ਦੇ ਦਰ ਤੋਂ ਮੰਗੀ। ਤੇ ਮਹਾਰਾਜ ਕਿਹੜੀ ਕਿਹੜੀ ਚੀਜ਼ ਉਸ ਦੇ ਦਰ ਤੋਂ ਮਿਲਦੀ ਹੈ। ਦੇਖੋ, ਉਹਨਾਂ ਨੂੰ ਤਾਂ ਇੰਨਾ ਭਰੋਸਾ ਕਿ ਸਾਰੇ ਹਮਲਾਵਰ ਵੀ ਜਦੋਂ ਆਏ ਤੇ ਇੱਕੋ ਗੱਲ ਕਹਿੰਦੇ ਨੇ, ਛੱਡੋ ਪਰਾਂ, ਇਹਨਾਂ ਨੂੰ ਅੱਗੇ ਹੋ ਕੇ ਮਿਲਣ ਦੀ ਥਾਂ ਆਪਾਂ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਹੀ ਸ਼ੁਕਰਾਨਾ ਕਰਾਂਗੇ। ਪ੍ਰਥਮੇ ਮਤਾ ਜੇ ਪੱਤਰੀ ਚਲਾਵੂੰ, ਇੱਕ ਅਰਦਾਸ ਹੀ ਹੈ ਨਾ। ਦੁਤੀਏ ਮਤਾ ਦੋ ਮਾਨਕ ਪਹੁੰਚਾਵੂੰ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਇਹਦਾ ਮਤਲਬ ਇਹ ਤਾਕਤਾਂ ਦੇ ਮੁਕਾਬਲੇ ਮੈਂ ਸਿਰਫ ਤੇਰਾ ਆਸਰਾ ਪਰਨਾ ਲਿਆ। ਤੇ ਸੱਚ ਉਹ ਹਕੀਕਤ ਵੀ ਹੋਇਆ। ਮਹਾਰਾਜ ਜੀ ਨੇ ਜੇ ਆਸਰਾ ਪਰਨਾ ਲਿਆ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ। ਜਿਹੜਾ ਮਾਰਨ ਆਇਆ ਸੀ ਭੱਠੇ ਵਿੱਚ ਦੇਖ ਕੇ ਖੁਦ ਹੀ ਉਹ ਰਾਖ ਹੋ ਗਿਆ। ਹੁਣ ਜਦੋਂ ਲੋੜ ਹੈ, ਹੁਣ ਫਿਰ ਮੇਰੀ ਬੇਨਤੀ ਸਮਝਿਓ, ਕੱਲੀ ਸੰਸਾਰੀ ਲੋੜ ਹੀ ਨਾ ਹੋਵੇ, ਅੰਦਰ ਦੀ ਭਗਤੀ, ਅੰਦਰ ਦਾ ਸਿਮਰਨ, ਮਾਲਕ ਦਾ ਸ਼ੁਕਰਾਨਾ ਵੀ ਹੋਵੇ। ਹੁਣ ਅਰਦਾਸ ਤਾਂ ਕਰਨ ਆ ਗਏ ਤੇ ਜਪਜੀ ਸਾਹਿਬ ਇੱਕ ਦਿਨ ਵੀ ਨਹੀਂ ਪੜਿਆ, ਕਦੀ ਗੁਰੂ ਗ੍ਰੰਥ ਸਾਹਿਬ ਦੇ ਤੂੰ ਦਰਸ਼ਨ ਨਹੀਂ ਕੀਤੇ, ਕਿਤੇ ਟਿਕ ਕੇ 4 ਘੜੀਆਂ ਸਿਮਰਨ ਨਹੀਂ ਕੀਤਾ। ਉਹ ਬੰਦਿਆ, ਇੱਕ ਬੰਦੇ ਤੋਂ ਵੀ ਕੁਝ ਮੰਗੇ ਤੇ ਬੰਦਾ ਉਹਨੂੰ ਵੀ ਥੈਂਕਸ ਕਹਿ ਦਿੰਦਾ। ਤੇ ਜਿਸ ਰੱਬ ਨੇ ਇੰਨਾ ਕੋਈ ਸਵੇਰ ਤੋਂ ਸ਼ਾਮ ਤੱਕ ਤੈਨੂੰ ਦਿੱਤਾ, ਸਵੇਰੇ ਉੱਠ ਕੇ ਇੰਨਾ ਕੋਈ ਸ਼ੁਕਰ ਕਰ ਦਿਆ ਕਰ, ਮਾਲਕਾ ਤੇਰਾ ਧੰਨਵਾਦ, ਅੱਜ ਜ਼ਿੰਦਗੀ ਜੀਣ ਵਾਸਤੇ ਇੱਕ ਦਿਨ ਤੂੰ ਹੋਰ ਦੇ ਦਿੱਤਾ ਹੈ। ਇੰਨੇ ਸ਼ਬਦ ਹੀ ਕਿਤੇ ਕਹਿ ਦੇ। ਹੁਣ ਗੁਰੂ ਅਰਜੁਨ ਸਾਹਿਬ, ਉਹਨਾਂ ਦਾ ਪਵਿੱਤਰ ਬਚਨ ਹੈ ਕਿ ਮਾਲਕ ਦੇ ਦਰ ਤੋਂ ਮੰਗਦੇ ਹਾਂ। ਉਹਨਾਂ ਨੇ ਫਰਮਾਇਆ, ਉਹ ਸ਼ਬਦ ਤੁਹਾਨੂੰ ਚੇਤੇ ਹੈ, ਜਨ ਕੋ ਪ੍ਰਭ ਸੰਗੇ ਅਸਨੇ। ਤੇ ਇਹਦੇ ਵਿੱਚ ਵੀ ਮੰਗ ਹੈ, ਦਾਸ ਨੂੰ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਹੈ। ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ, ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੇਰਾ ਮਿੱਤਰ ਹੈ। ਗ੍ਰਹਿ ਤੇਰੇ ਸਭ ਕੇ, ਤੇਰੇ ਘਰ ਵਿੱਚ ਸਭ ਕੁਝ ਹੈ। ਇੱਥੇ ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਜਿਹਨੂੰ ਸੱਜਣ ਕਹਿ ਦਈਏ ਨਾ, ਮਿੱਤਰ ਕਹਿ ਦਈਏ, ਦਿਲੀ ਮਿੱਤਰ, ਉਹਦੇ ਤੋਂ ਕਦੀ ਕੋਈ ਚੀਜ਼ ਲੁਕਾਣੀ ਨਹੀਂ ਚਾਹੀਦੀ। ਜਿਹੜਾ ਮਿੱਤਰ ਬਣਾ ਕੇ ਪਰਦੇ ਪਾਉਂਦਾ ਹੈ ਨਾ, ਸਹੀ ਅਰਥਾਂ ਵਿੱਚੋਂ ਮਿੱਤਰ ਕਹਾਉਣ ਦਾ ਹੱਕਦਾਰ ਹੀ ਨਹੀਂ ਹੋਵੇ। ਮਿੱਤਰ ਤੇ ਚੀਜ਼ ਲੁਕਾ ਕੇ ਰੱਖੇ, ਹੋਵੇ ਮਿੱਤਰ
ਤੇ ਦਿਲ ਅੰਦਰੋਂ ਪਰਦੇ ਥੱਲੇ ਰੱਖੇ। ਬਾਬਾ ਸਾਹਿਬ ਦਾ ਬਚਨ ਹੈ ਫਰੀਦ ਸਾਹਿਬ ਦਾ, ਕਹਿੰਦੇ ਨੇ ਮਿੱਤਰ ਤੂੰ ਮੇਰੇ ਘਰ ਵਿੱਚ ਆਵੇਂ, ਤੇਰੀ ਕੋਈ ਲੋੜ ਹੋਵੇ ਤੇ ਮੇਰੇ ਘਰ ਵਿੱਚ ਹੋਵੇ ਤੇ ਮੈਂ ਲੁਕਾ ਕੇ ਰੱਖਾਂ। ਕਹਿਣ ਲੱਗੇ ਤੇਰੇ ਤੋਂ ਲੁਕਾਵਾਂ ਤੈਨੂੰ ਯਾਰ ਕਹਿ ਕੇ, ਤੇ ਮੇਰਾ ਤਨ ਇਸ ਤਰ੍ਹਾਂ ਸੜ ਜਾਏ ਜਿਵੇਂ ਅੰਗਿਆਰ ਉੱਤੇ ਮਜੀਦ ਸੜਦਾ। ਗੁਰੂ ਗ੍ਰੰਥ ਸਾਹਿਬ ਨੇ ਤਾਂ ਮਿੱਤਰਤਾ ਕਰਨ ਦੀ ਵੀ ਜਾਚ ਦੱਸੀ। ਫਰੀਦਾ ਜੇ ਮੈਂ ਖੁੰਦਾ ਵਾਰਿਆ ਮਿੱਤਾਂ ਆਇੜਿਆ, ਮਿੱਤਰ ਦੇ ਆਉਣ ਨਾਲ ਕੁਝ ਲੁਕਾਵਾਂ, ਖੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾਂ। ਇਸ ਤਰ੍ਹਾਂ ਤਨ ਸੜ ਜਾਏ ਜੇ ਮਿੱਤਰ ਤੋਂ ਕੁਝ ਲੁਕਾਈਏ, ਜਿਵੇਂ ਮਜੀਠ ਅੱਗ ਉੱਤੇ ਸੜਦਾ ਹੈ। ਪਰ ਇਹ ਸੱਚੇ ਮਿੱਤਰ ਦੀ ਗੱਲ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੁਸੀਂ ਸੱਜਣ, ਤੁਸੀਂ ਮੇਰੇ ਮਿੱਤਰ, ਮੇਰੇ ਤੋਂ ਕੁਝ ਵੀ ਲੁਕਾਇਆ ਨਹੀਂ। ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋ, ਤੂੰ ਮੀਤ ਮੇਰਾ ਗ੍ਰਹਿ ਤੇਰਾ, ਸਭ ਕੇ ਤੇਰੇ ਘਰ ਵਿੱਚ ਸਭ ਕੁਝ ਹੈ। ਹੁਣ ਦੇਖੋ ਮੰਗਦੇ ਕੀ ਨੇ, ਅਰਥ ਜਦੋਂ ਕਰਾਂਗੇ, ਮਾਨ ਮੰਗੂ ਤਾਨ ਮੰਗੂ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਸ ਦੇ ਪ੍ਰਮਾਣੇ ਦੀ ਕਥਾ ਕਰ ਲਈ। ਮਾਨ ਇਹਦਾ ਅਰਥ ਇੱਜ਼ਤ, ਇਹ ਹੰਕਾਰ ਵਾਲਾ ਮਾਨ ਨਹੀਂ। ਉਹਨੂੰ ਤਾਂ ਸਾਹਿਬ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ। ਇੱਥੇ ਮਾਨ ਦਾ ਅਰਥ ਹੈ ਇੱਜ਼ਤ। ਕੋਈ ਬੰਦਾ ਨਹੀਂ ਚਾਹੁੰਦਾ ਮੇਰੀ ਸਮਾਜ ਵਿੱਚ ਬੇਇੱਜ਼ਤੀ ਹੋਏ, ਹਰ ਬੰਦਾ ਚਾਹੁੰਦਾ ਮੇਰੀ ਇੱਜ਼ਤ ਹੋਵੇ। ਨਿਮਰਤਾ ਦੇ ਅਰਥ ਕੁਝ ਹੋਰ ਨੇ, ਪਰ ਕਿਸੇ ਬੰਦੇ ਨੂੰ ਜ਼ਲੀਲ ਕਰੀ ਜਾਣਾ ਇਹਦਾ ਅਰਥ ਨਿਮਰਤਾ ਨਹੀਂ। ਦੇਖੋ ਹੀਣਤਾ ਤੇ ਨਿਮਰਤਾ ਵਿੱਚ ਫਰਕ ਹੈ। ਨਿਮਰਤਾ ਹੈ ਤਾਕਤ ਹੈ, ਪਰ ਤਾਕਤ ਹੋ ਕੇ ਵੀ ਝੁਕਿਆ ਹੋਇਆ ਹੈ। ਪਰ ਕਿਸੇ ਬੰਦੇ ਨੂੰ ਜ਼ਲੀਲ ਕਰੀ ਜਾਣਾ, ਜਿਵੇਂ ਭਗਤ ਨਾਮਦੇਵ, ਉਹਨਾਂ ਨੂੰ ਮੰਦਰ 'ਚ ਬੈਠੇ ਠੁੱਡੇ ਮਾਰ ਕੇ ਕਹਿਣਾ ਕਿ ਸ਼ੂਦਰ ਤੇਰਾ ਕੰਮ ਇਸ ਮੰਦਰ ਵਿੱਚ ਵੜਨਾ ਨਹੀਂ। ਉਹਨੇ ਕਿਹਾ ਪਰਮਾਤਮਾ ਆ ਮੰਦਰ ਜਿਹਦੇ 'ਚ ਬੈਠਾ ਪੁਜਾਰੀ ਕਹਿ ਰਿਹਾ ਕਿ ਤੂੰ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ, ਤੇਰੀ ਭਗਤੀ ਕਰਨ ਤੋਂ ਬਾਅਦ ਮੁਕਤੀ ਮਿਲੀ, ਉਹ ਕਿੰਨੇ ਵੇਖਣੀ ਹੈ। ਸਵਾਦ ਤਾਂ ਹੈ ਜਿਉਂਦਿਆਂ ਜੀ ਕੁਝ ਕਰਕੇ ਦਿਖਾ, ਜਿਹੜੇ ਮੰਦਰ ਵਿੱਚੋਂ ਮੈਨੂੰ ਧੱਕੇ ਪੈ ਮਾਰਦੇ। ਇੱਜ਼ਤ ਤਾਂ ਉਹਨੂੰ ਵੀ ਚਾਹੀਦੀ ਹੈ। ਉਹ ਮਹਾਂਪੁਰਖ ਨੇ ਕਿਹਾ ਇਹ ਪੰਡੀਆਂ ਮੋਕੋ ਢੇਡ ਕਹਿਤਾ ਤੇਰੀ ਪੈਜ ਪਛੋਂਡੀ ਖੋਇਲਾ। ਕਹਿਣ ਲੱਗੇ ਇਹ ਪੰਡਿਤ ਮੈਨੂੰ ਨੀਚ ਕਹਿ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਇੱਜ਼ਤ ਦੀ ਲੋੜ ਪਈ ਤੇ ਮਾਲਕ ਤੇਰੇ ਦਰ ਤੋਂ ਅਰਦਾਸ ਕਰਕੇ ਮੰਗਾਗਾ। ਮਾਨ ਮੰਗੂ ਤਾਨ ਮੰਗੂ, ਤਾਨ ਦਾ ਅਰਥ ਸ਼ਕਤੀ, ਬਲ, ਤਾਕਤ। ਤਾਕਤ ਦੀ ਲੋੜ ਹੈ ਤੇ ਤਾਂ ਵੀ ਤੇਰੇ ਦਰ ਤੋਂ ਮੰਗਾਂਗਾ। ਫਿਰ ਮੈਂ ਦੋ ਸ਼ਬਦ ਥੋੜੇ ਜਿਹੇ ਬੇਨਤੀ ਕਰਦਿਆਂ, ਇੱਕ ਇੱਜ਼ਤ ਤੇ ਦੂਜੀ ਤਾਕਤ। ਸੱਚ ਇਹ ਵੇ ਕਿ ਜਦੋਂ ਆਪਣੀ ਤਾਕਤ ਮੁੱਕਦੀ ਹੈ ਨਾ, ਉਦੋਂ ਪਰਮਾਤਮਾ ਦੀ ਉਹ ਸ਼ਕਤੀ ਵਰਦੀ ਏ ਜਿਸ ਤਾਕਤ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਸ਼ਬਦ ਦੁਹਰਾ ਦੇਣਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਪਵਿੱਤਰ ਬਚਨ ਸੁਖਨ, ਜਿਸ ਵਿੱਚ ਇੱਕ ਗੱਲ ਪਹਿਲਾਂ ਕਹਿ ਦਿੱਤੀ ਕਿ ਅੱਜ ਕੋਈ ਉਪਾਅ ਨਹੀਂ। ਮੈਂ ਸ਼ਬਦ ਦੁਹਰਾਨ ਲੱਗਾ, ਹੁਣ ਕੋਈ ਚਾਰਾ ਨਹੀਂ, ਹੁਣ ਕੋਈ ਵਸ ਨਹੀਂ। ਬਿਮਾਰ ਕੇ ਜਵਾਬ ਦੇ ਦਿੱਤਾ ਕੋਈ ਇਲਾਜ ਨਹੀਂ। ਘਰ ਵਿੱਚ ਫਾਈਨੈਂਸ਼ੀਅਲੀ ਤੌਰ ਤੇ ਘਾਟੇ ਪੈ ਗਏ, ਕਹਿ ਦਿੱਤਾ ਬਸ ਹੁਣ ਨਹੀਂ ਇਹ ਬੰਦਾ ਬਚਦਾ। ਮੰਨ ਲਓ ਅੰਦਰ ਦੀ ਆਤਮਿਕ ਅਵਸਥਾ ਘਟਦੀ ਦਿਸੇ, ਲੋਕ ਕਹਿਣ ਬਸ ਹੁਣ ਗਰ ਗਿਆ, ਹੁਣ ਨਹੀਂ ਸੁਧਰਦਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਜਿਸ ਦਿਨ ਲੋਕ ਕਹਿਣ ਤੇਰਾ ਕੋਈ ਉਪਾਅ ਨਹੀਂ, ਤੇਰਾ ਕੋਈ ਵਸੀਲਾ ਨਹੀਂ, ਤੇਰਾ ਕੋਈ ਵੀ ਬਚਨ ਦੀ ਉਮੀਦ ਨਹੀਂ, ਕਹਿੰਦੇ ਨੇ ਤੂੰ ਸ਼ਕਤੀ ਚਾਹਨਾ, ਫਿਰ ਮਾਲਕ ਦੇ ਚਰਨਾਂ 'ਚ ਅਰਦਾਸ ਕਰ। ਜਿੱਦਣ ਤੇਰੀ ਤਾਕਤ ਮੁੱਕ ਗਈ, ਉਹਦੀ ਤਾਕਤ ਅੰਦਰ ਵਰਤੇਗੀ, ਕਮਜ਼ੋਰ ਨੂੰ ਵੀ ਉਹ ਬਲਸ਼ਾਲੀ ਬਣਾ ਦਿੰਦਾ। ਬਲ ਛੁਟਕਿਓ ਬੰਧਨ ਪਰੇ, ਤਾਕਤ ਚਲੀ ਗਈ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੂ ਹੋ ਸਹਾਏ। ਫਿਰ ਉਸ ਤਾਕਤ ਦਿੱਤੀ ਮਾਲਕ ਨੇ, ਬਲ ਖੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮੀ ਹੋਤ ਸਹਾਏ। ਮਾਨ ਮੰਗੂ ਤਾਨ ਮੰਗੂ, ਅਗਲਾ ਬਚਨ ਧਨ ਲక్ష్ਮੀ ਸੁੱਤ ਦੇ। ਧਨ ਪਦਾਰਥ, ਸੁੱਤ ਦਾ ਅਰਥ ਪੁੱਤਰ ਕਰਾਂਗੇ ਸੰਤਾਨ, ਦੇ ਦੱਦੇ ਨੂੰ ਲਾਂ ਤੇ ਹਾ ਮੁਕਤਾ ਹੈ। ਮਾਨ ਮੰਗੂ ਤਾਨ ਮੰਗੂ, ਧਨ ਲక్ష్ਮੀ ਸੁੱਤ ਦੇ। ਜਦੋਂ ਤਨ ਨੂੰ ਰੋਗ ਲੱਗ ਜਾਏ, ਕਿ ਮਾਲਕ ਠੀਕ ਹੈ ਦਵਾਈਆਂ ਕੰਮ ਕਰਨਗੀਆਂ, ਪਰ ਮੈਂ ਸੱਚ ਇਹ ਵੇ
दवाई तो पहला तेरे चरना च दुआ बेनती करना उन्हें, क्योंकि मेरे तन की बीमारी नूं भी तू ही ठीक करना है, तेरी कृपा ठीक करेगी। साहब ने कहा ये कुछ मालक दे दर तो मंगिया। देखो कला ये नहीं, सिखां ते वक्त आए उन्होंने मंगिया। धन गुरु हरगोबिंद साहब मालवे की धरती नूं निवाजिया। गुरु हरराय साहब हजूर आप मालवे की धरती ते गए, भावां कि उस घर नूं बख्शीश छेवें गुरुदेव वालों मिली। मैं सिर्फ फोकस इस देखा कि जिहड़ा भगती करदा है, अरदास करदा है, जे दुनियादारी तौर ते भी कोई दात मंगदा है तो मेरे सतगुरु दे घर भी सब कुछ है, वो अपने सिख दी झोली नूं खाली नहीं रहन देंदे। साचे साहिबा क्या नहीं घर तेरा है, घर तां तेरा सब कुछ है, जिस देखें सो पावे। धन गुरु हरराय साहब सतवें गुरुदेव महाराज पहुंचे, उथे इलाके की संगत बहुत इकट्ठी हुई ते मालवे नूं गुरु ने बहुत निवाजा। सच वे इनू वितकरे च मत ले जाना। उंज तां माझे की धरती का चप्पा चप्पा गुरु रामदास, गुरु अमरदास, गुरु अंगद देव, गुरु अर्जुन देव, दुआबे की धरती ते दाते ने रहमतां कीतियां। आनंदपुर साहिब का रोपड़ जिला देखो, कलगी वाले दे चरनां दी ओदे नीले घोड़े दियां टापां नाल निवाजिया होया है। मालवे च हजूर गए, उथे गुरु हरराय साहब कोल संगत बहुत आई, बहुत सारे उथों दे जिमीदार आए, बहुत गुरुदेव की सेवा की। भरे हुए दीवान दे अंदर अज चौधरी काला आया है, करमचंद का पुत्र है। ਇਹਦੇ ਭਰਾ ਦਾ ਨਾਂ ਸੀ ਰੂਪਚੰਦ। ਇੱਕ ਰੂਪਚੰਦ ਭਾਈ ਸਾਧੂ ਵਾਲਾ ਨਹੀਂ, ਇਹ ਦੂਸਰੇ ਭਾਈ ਕਾਲਾ ਆਇਆ ਤੇ ਧੰਨ ਗੁਰੂ ਹਰਰਾਏ ਸਾਹਿਬ ਦੇ ਦਰਬਾਰ ਵੀ ਸੰਗਤ ਬੈਠੀ ਤੇ ਇਹਨੇ ਆਪਣੇ ਦੋ ਭਤੀਜੇ, ਇੱਕ ਫੂਲ ਤੇ ਦੂਜਾ ਸੰਦਲੀ। ਕੀ ਇਹ ਮਾਲਕ ਸਤਿਗੁਰੂ ਦੇ ਦਰ ਤੋਂ ਮੰਗਿਆ ਨਹੀਂ? ਫੂਲ ਤੇ ਸੰਦਲੀ ਦੋਨੋਂ ਬੱਚੇ ਆਪਣੇ ਭਤੀਜੇ ਲੈ ਆਂਦੇ। ਉਹਨਾਂ ਨੇ ਗੱਲ ਸਿਖਾ ਦਿੱਤੀ। कहन लगे जदों सतगुरु दे सामने जाओगे, बच्चे सन हो, जिस तरह सिखाया बच्चा वो जी हरकत करेगा। कहन लगे जदों सतगुरु दे सामने जाओगे, अपने पेट तो बस्तर हटा देना ते अपने हत्थां दे नाल अपने पेट नूं खड़कान लग पैना, जिवें मानो कोई ढोलकी बजाए जां कोई चीज़ नूं खड़कांदा है। हुण बच्चे सिखाए सन, भरे कोई दरबार विच पहुंचे ते कहंदे ने दोनों बच्चियां ने खड़े होके अपने पेट उत्ते हथ मारने शुरू कर दिते। कुछ विद्वान कहंदे ने मूँह वल भी इशारा करन। सतगुरु गुरु हरराय साहब देख के मुस्करा पे। महाराज जी ने कहा ये बच्चे किस दे? भरे को दरबार विच हरकत क्यों करते हैं? मैं सिर्फ एक बेनती करनी चाहना कि गुरु की दात वो सदियां तक नहीं मिटती। जो गुरु ने बचन कर दिता ना, सिखा बस चेते रखी, ओदे बीज ने कदी सुकना नहीं। तेरे अंदर दी भावना दी धरती जरखेज होवे, जिदन बीज पावेगा फल उदन ही लग जाना। दाना आपां सुकाने आ पर ओदे विच वाला बीज नहीं सुकदा, बीज तां कायम है। महाराज जी ने पूछया ये बच्चे किस दे की मंगदे ने? ते भाई काला उठ के कहंदा महाराज ये मेरे भतीजे ने, एक दा नाम फूल है ते दूसरे दा नाम संदली है। फूल ते संदली ये मेरे भतीजे ने। हजूर ने कहा ये हरकत की कर रहे ने? हाँ पाप की दसना की चाहते ने? उन्हें शरधा च भेज के क्या मालक मेरे भरा की मौत हो चुकी है, ये बच्चे यतीम ने, अज तेरे दर ते पेट खड़कांदे आए ने, तेरे दर दे ऊपर अपना ढिड वजा के बेनती करन आए ने। मैं बच्चियां नूं लैके आया, मैं इन्हां नूं पाल रहा, परवरिश कर रहा, पर किन्नी कु देर तक जन्म देण वाले नहीं रहे। एक कृपा कर इन्हां बच्चियां नूं 2 वक्त की रोटी बख्श दे। ये तेरे दर तो रोटी मंगण आए ने। सतगुरु ने देख दिया सार, सतवें गुरुदेव ने क्या फूल वधे फुलेगा, ये शब्द कहे। नाल इत्थे ज्ञानी ज्ञान सिंह हुणां ने पंथ प्रकाश विच कोई 17 लिखियां ने उस वेले दियां। वो कहंदे ने महाराज जी ने कहा कि ये बच्चे अज पेट खड़कांदे आए,
गुरु नानक साहब दे घर विचों रोटी मंगण आए, कहन लगे जा कालिया इन्हां दी औलाद पंजाब दी धरती ते राज करेगी, इन्हां दी औलाद दे घोड़े यमुना नदी तक जाके पानी पीणगे, तू एक लंगर दी गल करना है, इन्हां दे परिवार लंगर लाया करनगे। हुण देखो इतिहास नूं तां आपां स्वीकारीए गुरु दी बख्शिश नूं, उत्थे उन्हां लिखिआ इनके पाछे लाखों खैं हैं। ਇਹਦਾ मतलब ਜਿਹੜੇ ਅੱਜ पेट खड़काते आए ने इन्हां पिछे लखां नूं रोटी मिलेगी। इनके पाछे लाखों खैं खैं, कहन लगे इनके असब जन्म जमुना तक जय खैं, इन्हां दे घोड़े यमुना तक राज की गल की। कहन लगे उस तो बाद की होवेगा, इनकी अंश राज बढ़ कर खैं, इन्हां दियां आउण वालियां पीढ़ियां भी राज करनगियां, इन्हां दे आउण वाली अंश भी राज करेगी। इनकी अंश राज बढ़कर है, बहु पुश्तन लग आनंद तरख है, कई पुश्ता तक इन्हां दे घर विच रोटी दी कदी कमी नहीं रहेगी। हुण मंगिया तां उन्हां भी मालक दे दर तों, ते उन्हां विचों ही ज़्यादा डिटेल च ना जावां क्योंकि ये रियासतां दी हिस्टरी आ जाएगी। उन्हां विचों नाभे वाले, जींद वाले, पटियाले वाले, ये सारे जिहड़े ने ये उही ने ਜਿਹੜੇ कदी गुरु हर राय साहब के दरबार विच इन्हां दे वड्डे वडेरे बचपन विच पेट खड़कांदे गए सन। गुरु का बचन अज भी खैर। दूजे दिन भाई काला घर वाली ने कहा यह की कीता, ये कल नूं वड्डे हो के शरीक बनणगे, ये राज करनगे, तेरी औलाद तो टैक्स लैणगे, ये मालिया लैणगे। दूजे दिन पुत्तां नूं लै गया। महाराज जी हस के कहन लगे कल वाली गल गई अज नहीं हूँ, पर चेते रखी राज उही करनगे, तेरी औलाद नूं मालिया माफ होवेगा, ये सुख पुंजणगे। सिर्फ एक बेनती सी कि देखो इस शब्द नूं आधार बना के भावें भगत धन्ना जी का शब्द है, मत समझना कि मैं विषय चों प्रकरण चों निकल गया। नहीं, जदों सानूं लोड़ थोड़ होवे अपने गुरु दे चरनां च अरदास करिए। तां ही सतगुरु ने बाणी विच थोड़े जे बचन आपां लै लईए। कहण लगे कीता लोड़िया कम सो हर पै आखीए। ये भाई साहब हुणी पढ़दी ने अक्सर शब्द जदों आनंद कारज करने, कीता लोड़िया काम, जिस काम नूं तू चाहना ये निर्विघन संपन्न हो जाए। कहंदे ने अपने प्रभु नूं कह कीता लोड़िया काम सो हर पै आखीए, कारज दे सवार सतगुर सच साखी है। कारज दे सवार, ध्यान दिया जे दद्दे नूं ला ईड़ी नूं सियारी दे दर ते उस कारज सवार देगा। कीता लोड़िए कम सो हर पै आखिए, कार्य दे सवार सतगुर सच साखी है। कहो बेनंती अपने सतगुर पाहे, काज तुम्हारे दे निभाहे। थिर कर बैसो हर जन प्यारे, सतगुर तुमरे काहे सवारे। साहब कहते ने चार पदार्थ जे को मांगे, सात जना की सेवा लागे। ये दाता ने ना भगत धन्ना जी, वो कहते ने मालक मैं तेरे दर तो ये मंगण आया। जे भगत साहब ने मंगया, कबीर साहब का वो मिलदा जुलदा शब्द राग सोरठ का कि सोरठ भूखा भगत ना कीजै, ये माला अपनी लीजै। हों मांगो संतन रेना, मैं ना ही किसी का देना। माधो कैसी बने तुम संगे, बड़ी बड़ी अर्थ कीते ने। संगे संकोचना, लज्जिया करनी, शर्म करनी। जे वाहिगुरू जी तेरे दर ते जाके मंगदियां भी शर्म करनी है, फिर किदे दर ते जाके बोलना है। इत्थे कैसी बने तुम संगे दर थे नहीं कि मैं तेनू छड्ड के चले आऊं। संग दर ते साथ नहीं, संगे दर थे लज्जिया। कैसी बने तुम संगे आप ना देहो ताले वो मंगे, असी मंग लवांगे तेरे बच्चे खां। महाराज कहंदे ने की मंगया, दो सिर मांगू चूना, दो सेर आटा, पाओ घिओ संग लूना। एक पाइया पाओ दर ते पाइया घिओ, ਉਹਦੇ ਵਿੱਚ ਹੀ लूण गिन लिया। दो सिर मांगू चूना, पाओ घिओ संग लूना। अध सिर मांगू दाले, अद्धा सिर दाल, मोको दोनों वक्त जवाले। खाट मांगू चौपाई, चार पावें वाली मंजी, ये सब नूं जरूरत है। खाट मांगू चौपाई, सिरहाना अवर तलाई। सिर थले रखन लई सिरहाना, विछाण लई तलाई। उपर को मांगू खींदा, उत्ते खेस दे दी वधिया जा। ते कादे लई सौण लई नहीं। चेते रखो खुराक मंगी
दाल फुलका मंगिया। ते जिहड़ा बंदा जीव दा चसकोला है ना, खिमा करियो, जीव दा चस्का छेती कित्या नाम दा स्वाद नहीं जिउण दिंदा। जिहदा ध्यान ही वे खाण वाले पासे वे। देखो खाना है जीण लई, जीना है बंदगी करन वास्ते। उन्होंने जीव का स्वाद तो नहीं मंगिया, लूण मंगिया, दाल मंगी, आटा मंगिया, पाओ घीओ संग लूना, अध सिर मांगू दाले, मोको दोनों वक्त जवाले, खाट मांगू चौपाई, सरहाना अवर तलाई, ऊपर को मांगू खींदा, तेरी भगत करे जन थींदा, मैं नाही कीता लभो, एक नाउ तेरा मैं फब्बो मालका, मैं लालच नहीं कीता, तेरे दर तो मंगिया हाँ, एक बेनती होर करा, अन मंगिया दान भी मालक दिंदा है। ये सानू सिखाया भी अरदास इस तरह कर। कई बारी जदों मालक तरस दे घर विच आउंदा है ना, वैसे तो हर वेले बख्शिंद है, बच्चा बन के कोई अरदास करदा है ना कि जो कुछ मंगे इसनू बख्श दिओ, उदों बच्चा भी इन्ने संतोख वाला है, वो कहंदा बापू तू तो सब कुछ मैनू सौंप दिता, पर मैं तेरे चरनां विच एक बेनती करना, सिर्फ मैनू अपने चरनां दी प्रीत बख्श दे। जिसका पिता तू है मेरे स्वामी, तिस बारक भूख कैसी, नवनिध नाम निधान ग्रह, तेरा मन बांछै सो लैसी, पिता कृपाल आग्या एकीनी, बारक मुख मांगै सो देना। जो बच्चा मूँह चो मंगे, किड्डा वड्डा भरोसा होवेगा। इत्थे तां अपने घर भी जम्मे न्याणे आम तौर पर वो 32 दंदां चों निकली खर गल नूं मापे भी नहीं स्वीकार दे, पर महाराज कहते हैं मैनू अपने बच्चे ते ना भरोसा है। बारक मुख मांगै सो देना, नानक बारक दर्श प्रभ चाहे, मोए हिरदै बसैं नित चरना मालक, एक तेरा दर्शन, दूजे तेरे चरण मेरे हिरदे विच वस जान। मंगण दी गल महाराज जी ने बाणी च कीती, जो मांगै ठाकुर अपने ते सोई सोई देवै। ते जे वो बचन असीं पढ़ने पर भगत जी जो मंग रहे ने मालक देगा, दिता उन्हें। आरंभता है अखरी अर्थ के गोपाल तेरा आरता, धरती की प्रतिपालना करने वाले प्रभु जी वाहिगुरु जी, मैं आप जी दे दर दा आतर, आप जी दे दर दा आजिज, आप जी दे दर दा सवाली, आप जी दे दर दा जाचक, आप जी दे दर दा भिखारी, आप जी दे दर दा लोड़वंद, आप जी दे दर दा मंगत जन। हाँ गोपाल तेरा आरता, जो जन तुमरी भगत करन ते, जेड़े सेवक तेरी भगती करते ने, तेरा सिमरन करते ने, तिनके काज सवारता। तुसी उस सेवक दे कारज रास करदे हो, उहदे कारज सवार देखो। अगला बचन ऐसी रहाओ दियां तुकां, ज्यादा होर ज्यादा ये ते प्रमाण ना दईए कि जो भगती करेगा उहदे कारज सवारने ने। अपने सेवक की आपे राखै, आपे नाम जपावै, जह जह काज किरत सेवक की तहाँ तहाँ उठता वै। सेवक को निकटी खोए दिखावै, जो जो कह ठाकुर पै सेवक तत्काल होए आवे। जो जम तुमरी भगत करन ते तिनके काज सवारता। रहाओ दाल सीधा मांगो मांगो घीओ, हे मालक जी पकाण वास्ते दाल। आ सलूने लई, सलूना शब्द बड़ा पुराना है अपना, सलूने वास्ते दाल ते रोटी वास्ते आटा। दाल सीधा दा अर्थ आटा, दाल सीधा मांगो घीओ, सुकियां नहीं, उहदे विच पाण वास्ते घ्यो भी। दाल सीधा मांगू घीओ, हमरा खुशी करे नित जीओ। साडा अंदर वाला संतुष्ट रहे, जीव जेड़ा अंदर वाला जीओ प्रसन्न रहे, इनू किसी चीज़ की तमा ना रहे, ये खब्बे सज्जे ना रवे। ये भी सच जे, सियाणे लोग कहते हैं जिस बंदे दी रोजी परतंत्र है ना, वो बंदा कदी आज़ादी की गल नहीं जे कर सकता। फिर शब्द बेनती समझो, जिदी रोजी किसी दी गुलाम है ना, वो छेती कीतियां खुले विचार नहीं रख सकता। जिदी रोजी किसी दी गुलाम नहीं, वो रोजी पक्को स्वतंत्र है, वो किसी दी परतंत्रता कबूल दा भी नहीं। सुचानंद दी रोजी वजीर खां है, पता उन्होंने सब कुछ है, पर रोजी ओदी स्वतंत्र नहीं, परतंत्र है, गुलाम है।
ਤੇ ਉਹ ਕਹਿੰਦਾ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਤੇ ਇੱਕ ਆਪਣੀ ਨਵਾਬ ਹੈ, ਆਪਣਾ ਉਹਦਾ ਸਭ ਕੁਝ ਹੈ। ਉਹ ਕਹਿੰਦਾ ਨਹੀਂ, ਇਹ ਜੋ ਕੋਈ ਤੂੰ ਕਰਨਾ ਪਿਆ ਇਹਦੀ ਸਜ਼ਾ ਤੈਨੂੰ ਭੁਗਤਣੀ ਪਏਗੀ। ਫਰਕ ਹੈ ਦੋਨਾਂ 'ਚ। ਮਹਾਰਾਜ ਕਹਿੰਦੇ ਨੇ ਕਿ ਕਿਸੇ ਦੀ ਮੁਤਾਜੀ ਨਾ ਰਹੇ। ਦਾਲ ਸੀਧਾ ਮੰਗੂ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਛਾਦਨ ਨੀਕਾ। ਪਨੀਆਂ ਦਾ ਅਰਥ ਕਰਾਂਗੇ ਜੋੜਾ, ਪੈਰਾਂ 'ਚ ਪਾਉਣ ਵਾਸਤੇ ਜੁੱਤੀ, ਨੰਗੇ ਪੈਰੀ ਨਹੀਂ। ਜੇ ਕੋਈ ਇਹ ਕਹੇ ਜੀ ਮੈਂ ਨੰਗੇ ਪੈਰੀ, ਵੇਖੋ ਅਦਬ ਸਤਕਾਰ ਲਈ ਜੋੜਾ ਉਤਾਰਨਾ ਮਹਾਰਾਜ ਜੀ ਦਾ ਇਹ ਜ਼ਰੂਰੀ ਹੈ। ਪਰ ਜੇਕਰ ਇਹ ਕੋਈ ਕਹੇ ਨਹੀਂ ਜੀ ਮੈਂ ਤਾਂ ਨੰਗੇ ਪੈਰੀ ਇੰਨੀਆਂ ਨੇ ਥਾਵਾਂ ਤੇ ਗਿਆ, ਮਹਾਰਾਜ ਕਹਿੰਦੇ ਨੇ ਗੱਲ ਸੁਣ, ਬਾਂਦਰਾ ਸਦੀਵ ਨਾ ਪਾਏ ਨਾਂਗੇ ਹੀ ਫਿਰਤ ਹੈ। ਬਾਂਦਰ ਨੂੰ ਕਿਸੇ ਨੇ ਜੁੱਤੀ ਨਹੀਂ ਪਾਈ, ਉਹ ਸਾਰੀ ਜ਼ਿੰਦਗੀ ਨੰਗੇ ਪੈਰੀ ਤੁਰਦਾ ਰਿਹਾ, ਉਹ ਕਿਹੜਾ ਬ੍ਰਹਮ ਗਿਆਨੀ ਬਣ ਗਿਆ ਹੈ। ਅਦਬ ਲਈ ਤੇ ਹੱਠ ਲਈ ਦੋਨਾਂ 'ਚ ਫਰਕ ਹੈ। ਪਰ ਉਹ ਆਪਣੇ ਬੰਦੇ ਦੇ ਅਰਥ ਵੀ ਫਿਰ ਦੂਜੇ ਪਾਸੇ ਕਰਦੇ ਹੋ, ਮਹਾਰਾਜ ਦੇ ਨੇੜੇ ਵੀ ਲਈ ਜਾਂਦੇ ਨੇ ਜੋੜੇ। ਸਤਿਗੁਰੂ ਦਾ ਅਦਬ ਸਤਿਕਾਰ, ਵੱਡਿਆਂ ਦਾ ਅਦਬ। ਇਹ ਹੁਣ ਇੱਥੇ ਭਗਤ ਜੀ ਨੇ ਕਿਹਾ ਪੈਰਾਂ 'ਚ ਪਾਉਣ ਲਈ ਚਾਹੀਦੀ ਹੈ ਜੁੱਤੀ। ਦੇਖੋ ਕਿੱਡੀ ਕੁ ਛੋਟੀ ਛੋਟੀ ਮੰਗੇ ਦੁਨੀਆਦਾਰਾਂ ਦੀ ਨਜ਼ਰ 'ਚ, ਪੈਰਾਂ 'ਚ ਪਾਉਣ ਵਾਲਾ ਜੋੜਾ ਵੀ ਮੰਗਿਆ। ਪਨੀਆਂ ਛਾਦਨ, ਛਾਦਨ ਦਾ ਅਰਥ ਹੈ ਕੱਪੜਾ। ਚਮੜੀ ਢੱਕਣ ਨੂੰ, ਸਰਦੀ ਗਰਮੀ ਤੋਂ ਬਚਣ ਨੂੰ, ਨਗੇਜ ਢੱਕਣ ਨੂੰ ਕੱਪੜਾ ਚਾਹੀਦਾ। ਮੈਂ ਕਹਿੰਦਾ ਵਾਹ ਮਹਾਂਪੁਰਖੋ, ਨੀਕਾ ਕਿਹਾ, ਕਹਿੰਦੇ ਸੋਹਣਾ ਲੈਣਾ, ਪਾਟੇ ਪੂਟੇ ਕੱਪੜੇ ਨਹੀਂ ਪਾਣੇ। ਮੈਂ ਪੈਰਾਂ 'ਚ ਪਾਉਣ ਵਾਲੀ ਜੁੱਤੀ ਵੀ ਇਹ ਚੰਗੀ ਚਾਹੀਦੀ ਹੈ। ਪਨੀਆਂ ਛਾਦਨ ਨੀਕਾ, ਅਨਾਜ ਮੰਗੂ ਸਤ ਸੀਕਾ। ਹੁਣ ਇੱਥੇ ਅਨਾਜ ਦਾਣੇ ਮੈਂ ਤੇਰੇ ਤੋਂ ਮੰਗਣਾ ਹਾਂ, ਅਨਾਜ ਮੰਗੂ ਸਤ ਸੀਕਾ। ਇਹਦੇ ਫਰੀਦਕੋਟੀਆਂ ਵਾਲੇ ਟੀਕੇ ਵਿੱਚ ਵੀ ਪ੍ਰੋਫੈਸਰ ਸਾਹਿਬ ਹੋਣਾ ਵੀ, ਸ਼ਬਦਾਰਥੀ ਵਾਲਿਆਂ ਵੀ ਉਹ ਇੱਕੋ ਅਰਥ ਕੀਤੇ ਨੇ ਵੀ ਉਸ ਖੇਤ ਦਾ ਅਨਾਜ ਦਈ ਜਿਹਨੂੰ 7 ਸੀਆਂ ਲਾ ਕੇ ਵਾਇਆ ਗਿਆ ਹੋਵੇ। ਪਹਿਲੀ ਵਾਹਣ ਵਾਲੇ ਨੂੰ ਪਤਾ ਹੈ, ਇੱਕ ਵਾਰੀ ਵਾਹੁੰਦੇ ਸਾਂ ਕਹਿੰਦੇ ਸੀ ਲੱਗ ਗਈ, ਦੂਜੀ ਵਾਰੀ ਵਾਹੁੰਦੇ ਸਾਂ ਕਹਿੰਦੇ ਦੋਹਰ ਲੱਗ ਗਈ, ਤੇ ਜਦੋਂ 4-5 ਵਾਰੀ ਇਕੱਠੀ ਵਾਹ ਦੇਣੀ ਫਿਰ ਕਹਿਣਾ ਇਹ 5 ਸੀਆਂ ਲਾਈਆਂ ਨੇ, 7 ਸੀਆਂ ਲਾਈਆਂ। 7 ਵਾਰੀ ਵਾਇਆ ਹੋਇਆ ਜਿਹੜਾ ਖੇਤ ਹੈ, ਚੰਗੀ ਤਰ੍ਹਾਂ ਵਾਇਆ ਹੋਇਆ ਖੇਤ ਜਿਹੜਾ ਹੋਵੇ ਜ਼ਰਖੇਜ, ਬੀਜ ਹੋਵੇ ਚੰਗਾ, ਮਾਲਕ ਉਸ ਖੇਤ ਦਾ ਅਨਾਜ ਨਹੀਂ ਜਿਹਨੂੰ 7 ਸੀਆਂ ਲਾ ਕੇ ਵਾਇਆ ਹੈ। ਕੀੜਿਆਂ ਵਾਲਾ ਦਾਣਾ ਨਹੀਂ, ਅੰਦਰੋਂ ਘੁਣ ਖਾਦਾ ਦਾਣਾ ਨਹੀਂ, ਬਿਮਾਰ ਦਾਣਾ ਨਹੀਂ। ਮਾਲਕ ਕਿਰਪਾ ਕਰ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ 7 ਸੀਕਾ। ਤੇ ਹੁਣ ਜੇ ਦਾਣੇ ਮਿਲ ਗਏ, ਆਟਾ ਮਿਲ ਗਿਆ, ਘਿਓ ਮਿਲ ਗਿਆ, ਹੁਣ ਇੱਕ ਕਿਰਪਾ ਕਰ, ਵਾਹੀ ਕਰਨਾ ਨਾ ਤੇ ਮੰਗੀਆਂ ਵੀ ਚੀਜ਼ਾਂ ਉਹ ਜਿਹੜੀਆਂ ਘਰ 'ਚ ਲੋੜ ਸਨ। ਕਹਿਣ ਲੱਗੇ ਇੱਕ ਗਾਂ ਤੇ ਇੱਕ ਮੱਝ। ਜਾਂ ਨਹੀਂ ਕਿਹਾ, ਦੋਨਾਂ ਵਿੱਚੋਂ ਇੱਕ ਨਹੀਂ ਕਿਹਾ, ਜਾਂ ਗਊ ਜਾਂ ਮੱਝ। ਕਹਿਣ ਲੱਗੇ ਨਾ, ਗਊ ਭੈਂਸ ਮੰਗੂ ਲਵੇਰੀ। ਲਵੇਰੀ ਦਾ ਅਰਥ ਆਪ ਸਮਝਦੇ ਹੋ। ਦੇਖੋ ਕਿੰਨਾ ਸਾਡਾ ਕਲਚਰ ਇਸ ਸ਼ਬਦ ਵਿੱਚੋਂ ਬਾਹਰ ਨਿਕਲਦਾ ਹੈ। ਲਵੇਰੀ ਤੇ ਫੰਡਰ ਵਿੱਚ ਫਰਕ ਹੈ ਨਾ। ਲਵੇਰੀ ਦਾ ਅਰਥ ਹੈ ਸੱਜਰ ਸੂਈ ਜਿਹੜੀ ਦੁੱਧ ਦਿੰਦੀ ਏ, ਤੇ ਫੰਡਰ ਉਹਨੂੰ ਕਹਿੰਦੇ ਹੁੰਦੇ ਸਨ ਜਿਹੜੀ ਭੱਜ ਜਾਏ। ਉਹਦੇ ਲਈ ਸ਼ਬਦ ਹੀ ਵਰਤੇ ਹੁੰਦੇ ਸਨ, ਭੱਜ ਗਈ ਮੱਝ। ਭੱਜ ਗਈ ਦਾ ਮਤਲਬ ਉਹ ਦੁੱਧ ਦੇਣਾ ਛੱਡ ਦਿੱਤਾ। ਕਹਿਣ ਲੱਗੇ ਇੱਕ ਗਾਂ ਤੇ ਮੱਝ ਮੈਨੂੰ ਚਾਹੀਦੀ ਏ ਜਿਹੜੀ ਦੁੱਧ ਦਿੰਦੀ ਹੋਵੇ, ਲਵੇਰੀ ਹੋਵੇ। ਗਊ ਭੈਂਸ ਮੰਗੂ ਲਵੇਰੀ, ਦੁੱਧ ਦੇਣ ਵਾਲੀ। ਇੱਕ ਤਾਜਨ ਤੁਰੀ ਚੰਗੇਰੀ। ਹੁਣ ਬਾਹਰ ਵੀ ਭਗਤ ਨੇ ਚੜ੍ਹ ਕੇ ਜਾਣਾ ਤੇ ਲੋਕ ਘੋੜੀਆਂ ਤੇ ਚੜ੍ਹੇ ਫਿਰਨ। ਤੇ ਰਾਜਸਥਾਨ ਦਾ ਇਲਾਕਾ ਹੈ, ਟਾਂਕ ਦਾ ਖੇਤਰ, ਧੁਆਨ ਪਿੰਡ ਭਗਤ ਜੀ ਦਾ, ਕਿੰਨਾ ਉੱਤੇ ਰੇਤਾ। ਚਲੋ ਹੁਣ ਤਾਂ ਗੁਰੂ ਘਰ ਵੀ ਉੱਥੇ ਬਣਾ ਦਿੱਤਾ ਗੁਰਸਿੱਖਾਂ ਨੇ। ਉੱਥੇ ਭਗਤ ਸਾਹਿਬ ਦੀ ਯਾਦਗਾਰ ਉੱਥੇ ਜੋੜ ਮੇਲੇ ਹੋਣ ਲੱਗੇ। ਹੁਣ ਉਹ ਕਹਿੰਦੇ ਨੇ ਰੇਤ ਤਪਦੀ ਏ, ਪੈਰਾਂ 'ਚ ਜੁੱਤੀ ਦਈ। ਇੱਕ ਤਾਜਨ ਤੁਰੀ ਚੰਗੇਰੀ। ਤੁਰੀ ਦਾ ਅਰਥ ਆਪਾਂ ਜਾਣਦੇ ਹਾਂ, ਇੱਕ ਅਰਬੀ ਘੋੜੀ ਤੂੰ ਕਿਰਪਾ ਕਰ, ਸੋਹਣੀ ਘੋੜੀ ਮੈਨੂੰ ਦੇ, ਜਿਸ ਘੋੜੀ ਉੱਤੇ ਚੜ੍ਹ ਕੇ ਤੇਰਾ ਭਗਤ ਸਫ਼ਰ ਕਰ ਸਕੇ। ਅਗਲਾ ਬਚਨ, ਜਿੱਥੇ ਗਾਂ ਮੱਝ ਲਵੇਰੀ ਦੁੱਧ ਵਾਲੀ ਮੰਗੀ, ਘੋੜੀ ਮੰਗੀ, ਪੈਰਾਂ 'ਚ ਪਾਉਣ ਵਾਲਾ ਜੋੜਾ ਮੰਗਿਆ, ਤਨ ਢੱਕਣ ਨੂੰ ਕੱਪੜਾ ਮੰਗਿਆ, ਪੇਟ ਭਰਨ ਨੂੰ ਰੋਟੀ ਮੰਗੀ। ਕਹਿਣ ਲੱਗੇ ਘਰ ਕੀ ਗੀਹਨ ਚੰਗੀ, ਘਰ ਵਾਲੀ ਇਸਤਰੀ। ਦੇਖੋ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ, ਬੀਬੀਆਂ ਭੈਣਾਂ ਬੈਠੀਆਂ ਨੇ, ਇਹ ਚੰਗੀ ਦਾ ਅਰਥ ਅਸੀਂ ਹੋਰ ਤਰੀਕੇ ਨਾਲ ਨਾ ਲਈਏ।
ਚੰਗੀ ਦੇ ਅਰਥ ਚਮੜੀ ਨਾ ਕਰੀਏ। ਚੰਗੀ ਦਾ ਅਰਥ ਸੁਭਾਅ ਦਾ ਮਿਲਣਾ। ਚੰਗੀ ਦਾ ਅਰਥ ਏਕ ਜੋਤ ਦੋਏ ਮੂਰਤੀ। ਚੰਗੀ ਦਾ ਅਰਥ ਨਿਮਨ ਸੋ ਅੱਖਰ ਖਵਣ ਗੁਣ ਜੇਵਾ ਮਨੀਆਂ ਮੰਤ। ਕੇਵਲ ਬਾਹਰ ਮੁਖੀ ਨਹੀਂ, ਜਿਹੜੀ ਅੰਦਰ ਦੀ ਸੀਰਤ ਵੀ, ਅੰਦਰ ਦਾ ਸੁਭਾਅ ਵੀ ਅੰਤ ਦਾ ਚੰਗਾ ਹੋਵੇ। ਘਰ ਕੀ ਗਿਆਨ ਚੰਗੀ ਮਾਲਕਾ ਜਿਹਦੇ ਨਾਲ ਸੰਬੰਧ ਬਣਨਾ ਹੈ। ਇਹਦਾ ਮਤਲਬ ਜਦੋਂ ਇਹ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ ਉਦੋਂ ਵਿਆਹ ਨਹੀਂ ਹੋਇਆ। ਘਰ ਕੀ ਗਿਆਨ ਚੰਗੀ, ਘਰ ਵਾਲੀ ਜੀਵਨ ਸਾਥਣ। ਤੇ ਮੈਂ ਸੋਚਣਾ, ਕਿਉਂਕਿ ਭਗਤ ਕਬੀਰ ਸਾਹਿਬ ਦੇ ਘਰ ਰੋਜ਼ ਰੌਲਾ ਸੀ। ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ। ਉੱਥੇ ਤਾਂ ਮਾਂ ਵੀ ਰੋਂਦੀ ਸੀ ਰੋਟੀ ਦੀ ਖਾਤਰ। ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ। ਤੰਨਾ ਬੁੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸ਼ਰੀਰ। ਉਹ ਕਹਿਣ ਲੱਗੇ, ਮਾਲਕ ਜੀਵਨ ਸਾਥਣ ਉਹ ਦਈ, ਜੇ ਤੇਰੀ ਭਗਤੀ ਕਰਨੀ ਹੈ ਨਾ, ਉਹ ਵੀ ਆਵੇ ਤੇ ਭਗਤੀ ਕਰੇ। ਮੇਰਾ ਘਰ ਹੀ ਧਰਮਸ਼ਾਲਾ ਬਣ ਜਾਵੇ, ਘਰ ਹੀ ਸਤ ਸੰਗਤ ਬਣ ਜਾਵੇ। ਤੇਰਾ ਸਿਮਰਨ, ਤੇਰੀ ਭਜਨ ਬੰਦਗੀ ਕਰ ਸਕੀਏ। ਘਰ ਕੀ ਗਿਆਨ ਚੰਗੀ, ਜਨ ਧੰਨਾ ਲੇਵੈ ਮੰਗੀ ਮਾਲਕਾ। ਇਹ ਦਾਤਾ ਮੈਂ ਤੇਰੇ ਦਰ ਤੋਂ ਹੱਥ ਜੋੜ ਕੇ ਖੁਦ ਮੰਗਣ ਆਇਆ। ਸਿਰਫ ਇੰਨੀ ਕੁ ਬੇਨਤੀ ਹੈ ਕਿ ਗੁਰਬਾਣੀ ਵਿੱਚ ਨਾਮ ਦੀ ਜਾਚਨਾ ਤੇ ਬਹੁਤ ਜ਼ੋਰ ਦਿੱਤਾ ਹੈ। ਇਹ ਆਉਣ ਵਾਲੇ ਦਿਨ ਵਿੱਚ ਜਦੋਂ ਪ੍ਰਕਰਨ ਆਵੇਗਾ ਉਸ ਦਾ ਵੀ ਜ਼ਿਕਰ ਆਪਾਂ ਕਰਾਂਗੇ। ਪਰ ਜੇ ਤੈਨੂੰ ਲੋੜ ਥੋੜ ਹੈ ਤੇ ਆਪਣੇ ਸਤਿਗੁਰੂ ਕੋਲ ਅਰਦਾਸ ਕਰ, ਬੇਨਤੀ ਕਰ, ਜੋਦੜੀ ਕਰ। ਬੇਅੰਤ ਇੱਕ ਨਹੀਂ ਕਈ ਸਾਖੀਆਂ ਗੁਰੂ ਇਤਿਹਾਸ ਦੀਆਂ ਆਪਾਂ ਲੈ ਲਈਏ। ਬਾਬਾ ਆਦਮ ਸੇਵਾ ਕਰਦੇ ਨੇ, ਦਾਤ ਤਾਂ ਭਾਈ ਭਗਤੂ ਦੀ ਪੁੱਤਰ ਦੀ ਮੰਗੀ ਨਾ, ਭਾਈ ਭਗਤੂ ਕਰ ਪੈਦਾ ਹੋਏ। ਮਾਤਾ ਗੰਗਾ ਜੀ ਅਰਦਾਸ ਤਾਂ ਉਹ ਵੀ ਕਰਾਉਂਦੇ ਪਏ ਨੇ। ਦੇਖੋ, ਮਾਲਕ ਕਿਰਪਾ ਕਰੇ ਕਿ ਅੰਦਰ ਦੀ ਭਾਵਨਾ, ਸ਼ਰਧਾ, ਆਪਣੇ ਮੁਰਸ਼ਦ ਤੇ ਪੂਰਨ ਭਰੋਸਾ ਹੋਵੇ। ਤੇ ਇੱਕ ਅਰਦਾਸ, ਮਾਲਕ ਦਾਲ ਫੁਲਕੇ ਦੀ ਖਾਤਰ ਕਿਸੇ ਦਾ ਵੀ ਮੁਤਾਜ ਨਾ ਕਰੀ, ਭਾਵੇਂ ਕਿੰਨੀ ਵੀ ਨਜ਼ਦੀਕ ਦਾ ਰਿਸ਼ਤਾ ਹੋਵੇ। ਆਪਣੀ ਰੋਜ਼ੀ, ਆਪਣਾ ਰਿਜ਼ਕ ਤਰਸ ਕਰਕੇ ਦੇ। ਇਹ ਸਨ ਭਗਤ ਧੰਨਾ ਜੀ ਦੇ ਅਸੀਂ ਸ਼ਬਦ 3 ਮੁਕੰਮਲ ਕਰ ਚੁੱਕੇ ਹਾਂ। ਕੱਲ ਨੂੰ ਇੱਛਾ ਹੈ ਆਪ ਅਸੀਸ ਦਿਓ, ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਸ਼ੁਰੂ ਕਰੀਏ। ਉਹਦਾ ਇੱਕ ਕਾਰਨ ਸੀ, ਜਪਜੀ ਸਾਹਿਬ ਦੇ ਅਰਥ, ਸੁਖਮਨੀ ਸਾਹਿਬ ਦੇ, ਆਸਾ ਕੀ ਵਾਰ ਦੇ, ਅਨੇਕਾਂ ਬਾਣੀਆਂ ਦੇ ਆਪਾਂ ਕਰਨੇ ਆ। ਪਰ ਇੱਕ ਜਿਹੜੀ ਨਵੀਂ ਗੱਲ ਹੁਣ ਚੱਲ ਰਹੀ ਹੈ ਨਾ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦੂਈ ਤਾਂ ਹੈ ਹੀ ਨਹੀਂ। ਇਹ ਪਿਛਲੇ ਸਾਲ ਵੀ ਸੀ ਵਿਚਾਰਿਆ ਸੀ ਤੇ ਐਤਕੀ ਵੀ ਬੇਨਤੀ ਕਰਕੇ ਆਇਆ। 5 ਪਿਆਰਿਆਂ ਨੂੰ ਹਜ਼ੂਰ ਨੇ ਅੰਮ੍ਰਿਤ ਦਿੱਤਾ, ਪਰ ਉਹਦੀ ਪ੍ਰਿਸ਼ਟ ਭੂਮੀ ਜਿਹੜੀ ਹੈ, ਉਹਦੀ ਜਿਹੜੀ ਜ਼ਮੀਨੀ ਹਕੀਕਤ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਿਉਂਕਿ ਉਸ ਵਕਤ ਅੱਜ ਫਰਕ ਪੈ ਗਿਆ। ਉਦੋਂ ਧਰਮ ਦੇ ਨਾਂ ਤੇ ਲੋਕ ਜਾਤ ਪਾਤ ਦੀ ਗੱਲ ਕਰਦੇ ਸਨ, ਅੱਜ ਵੋਟਾਂ ਤੇ ਨਾਂ ਤੇ ਗੱਲ ਹੋ ਰਹੀ ਹੈ। ਪਰ ਗੱਲ ਅੱਜ ਵੀ ਜਾਤ ਬਰਾਦਰੀ ਤੇ ਖਲੋਤੀ ਹੈ। ਉਸ ਵੇਲੇ ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਰੱਬ ਦੀ ਬੰਦਗੀ ਕਰ ਸਕੇ। ਉਹ ਧਰਮ ਗ੍ਰੰਥ ਨਹੀਂ ਪੜ੍ਹ ਸਕਦਾ, ਧਰਮ ਮੰਦਰ 'ਚ ਨਹੀਂ ਜਾ ਸਕਦਾ। ਧਰਮ ਮੰਦਰ ਦੀ ਗੱਲ ਛੱਡੋ, ਜਿੱਥੇ ਸਾਰਾ ਪਿੰਡ ਪਾਣੀ ਭਰਦਾ ਉਹ ਤਾਂ ਉੱਥੇ ਪਾਣੀ ਨਹੀਂ ਭਰ ਸਕਦਾ। ਸਵਰਨ ਜਾਤੀ ਵਾਲਿਆਂ ਦੇ ਖੂਹ ਤੋਂ ਪਾਣੀ ਕਿੱਥੋਂ ਭਰੇਗਾ? ਸਤਿਗੁਰੂ ਨੇ ਇੱਕ ਕਿਰਪਾ ਕੀਤੀ। ਉਹਨਾਂ ਕਿਹਾ ਪ੍ਰਮਾਤਮਾ ਦੀ ਭਗਤੀ ਵੀ ਜੁੜੇ ਹੋਏ ਨੇ, ਇਹ ਜਾਗੇ ਹੋਏ ਬ੍ਰਹਮ ਗਿਆਨੀ ਮਹਾਂਪੁਰਖ ਨੇ, ਅਭੇਦ ਨੇ। ਪਰ ਵਕਤ ਨੇ ਉੱਚੀ ਜ਼ਾਤ ਵਾਲੇ ਲੋਕਾਂ ਦੇ ਜ਼ੁਲਮ ਨੇ ਇਹਨਾਂ ਨੂੰ ਸਦੀਆਂ ਤੱਕ ਕੁਚਲ ਕੇ ਰੱਖਿਆ, ਇਹਨਾਂ ਨੂੰ ਧੱਕ ਕੇ ਰੱਖਿਆ, ਇਹਨਾਂ ਨੂੰ ਆਪਣੇ ਪੈਰਾਂ ਥੱਲੇ ਲਤਾੜਿਆ। ਮੇਰੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਜਿੰਨੇ ਮਹਾਂਪੁਰਖਾਂ ਦੇ ਅੰਮ੍ਰਿਤ ਬਚਨ ਸਨ, ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸਨ, ਸਾਰਿਆਂ ਦੀ ਬਾਣੀ ਇੱਕ ਥਾਂ ਤੇ ਇਕੱਤਰ ਕਰ ਦਿੱਤੀ। ਤਿਆਰੀ ਹੋ ਗਈ, ਉਹਨਾਂ ਦੇ ਬੋਲ ਦੇ ਦਿੱਤੇ। ਇਹਦਾ ਮਤਲਬ ਇਹ ਸੀ ਕਿ ਜਿਹੜੇ ਵੀ ਕ੍ਰਾਂਤੀਕਾਰੀ ਇਨਕਲਾਬੀ ਲੋਕ ਪਖੰਡ ਪਰਪੰਚ ਦੇ ਵਿਰੋਧ ਵਿੱਚ ਨੇ, ਉਹਨਾਂ ਦੀ ਸੱਚ ਕੀ ਬਾਣੀ ਇਕੱਤਰ ਕੀਤੀ ਜਾਏ। ਤੇ ਇਹਨਾਂ ਵਿੱਚ ਉੱਠੇ ਹੋਏ ਲੋਕ ਜਦੋਂ ਸਿੱਖੀ ਨੂੰ ਧਾਰਨ ਕਰਨ ਲੱਗੇ, ਤੇ ਮੇਰੇ ਕਲਗੀ ਵਾਲੇ ਪਿਤਾ ਨੇ ਉਸੇ ਸਿਧਾਂਤ ਨੂੰ, ਜਿਹੜੀ ਬਾਣੀ ਨਾਮਦੇਵ ਦੀ, ਕਬੀਰ ਦੀ, ਤਰਲੋਚਨ ਦੀ, ਜੈਦੇਵ ਦੀ, ਸੈਨ ਜੀ ਦੀ, ਸਦਨਾ ਜੀ ਦੀ, ਧੰਨਾ ਜੀ ਦੀ, ਰਵਿਦਾਸ ਸਾਹਿਬ ਜੀ ਦੀ, ਸਾਰਿਆਂ ਦੀ ਬਾਣੀ ਜਿਨ੍ਹਾਂ ਦੀ ਸੀ, ਉਹਨਾਂ ਵਿੱਚੋਂ ਹੀ ਚੇਤੇ ਰੱਖਿਓ, ਜਿਨ੍ਹਾਂ ਨੂੰ ਧੱਕਿਆ ਗਿਆ,
5 प्यारे उठे, उन्हें शीश दिते, मेरे कलगी वाले ने अमृत दिता, अमृत छका के असी ठीक कहने आ गुरु जी क्या भी मैनू अमृत छकाओ। हुण इहदा मतलब ये नहीं कि गुरु जी अंदर कोई नगुरापन है, नहीं। उन्हें उस थां ते आनंदपुर साहिब की पहाड़ी ते नेरे सारे पहाड़ी राजे उच्चियां जातां वाले ने, उन्हां दे सामने खलो के गया, जिन्हां दे भांडे भी तुसी वाह करदे हो, जिस भांडे विच मैं, जिस बाटे विच मैं अमृत छकाया, इन्हां दे हत्थों उस भांडे विचों मैं अमृत छकांगा। एक बड़ी वड्डी बख्शिश कीती। कल नूं इच्छा है भगत रविदास साहिब जी नूं शुरू करिए, क्योंकि थोड़ी जी नेड़ता आ सके। सतगुरु किरपा करे। भगत महापुरख उन्हां दी की बरादरी ते की जात, वो तां सब दे हुंदे ने। जे सूरज सब दा है, पौण सब दी है, पानी सब दा है, ते जिहड़ा बंदगी करन वाला है वो भी सारियां दा ही हुंदा है। कल नूं उन्हां दा शब्द है, तो ही मोही, मोही तो ही अंतर कैसा। इथों आपां विचार शुरू करांगे। आप समूह संगत दा तह दिल तो धन्नवाद। आओ थोड़ा जिहा आपां नाम जप लईए, उदों बाद फिर संपन्नतानंद साहिब दा पाठ करांगे। वाहे गुरु वाहे गुरु वाहे गुरु। सारे कृपा करो।